ਔਰੈ ਕੀ ਔਰੈ ਭਾਈ, ਚਿਤਵਤ ਰਹਿਓ ਠਗਾਰ। ਨਾਨਕ ਫਾਸੀ ਗਲ ਪਰੀ, ਚਿੰਤਾ ਤਾ ਕੀ ਕੀਜੀਐ। ਚਿੰਤਾ ਤਾ ਕੀ ਕੀਜੀਐ, ਜੋ ਅਣਹੋਣੀ ਹੋਏ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ। ਜੈਸੇ ਜਲ ਤੇ ਬੁੱਧ ਬੁੱਧਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਦਿਲ ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਦਿਲ ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਦਿਲ ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਦਿਲ ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਮਾਪਿਆਂ ਦੇ। ਜਦ ਪੈਣ ਵਿਛੋੜੇ ਸੱਜਣਾ ਦੇ, ਜਦ ਪੈਣ ਵਿਛੋੜੇ ਮਾਪਿਆਂ ਦੇ। ਜਦ ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਸੱਜਣਾ ਦੇ। ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਸੱਜਣਾ। ਜਦ ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਸੱਜਣਾ ਦੇ। ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਸੱਜਣਾ ਦੇ। ਜਦ ਪੈਣ ਵਿਛੋੜੇ ਮਾਪਿਆਂ ਦੇ, ਪੈਣ ਵਿਛੋੜੇ ਮਾਪਿਆਂ ਦੇ। ਜਦ ਪੈਣ ਵਿਛੋੜੇ ਮਾਪਿਆਂ ਦੇ, ਪੈਣ ਵਿਛੋੜੇ ਸੱਜਣਾ ਦੇ। ਜਦ ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਮਾਪਿਆਂ ਦੇ। ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਸੱਜਣਾ। ਜਦ ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਮਾਪਿਆਂ ਦੇ। ਪੈਣ ਵਿਛੋੜੇ ਮਾਪਿਆਂ ਦੇ, ਜਦ ਪੈਣ ਵਿਛੋੜੇ ਮਾਪਿਆਂ ਦੇ। ਦਿਲ ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਆਪ ਮੁਹਾਰਾ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਦਿਲ ਆਪ ਮੁਹਾਰੇ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਆਪ ਮੁਹਾਰਾ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ। ਆਪ ਮੁਹਾਰਾ ਰੋ ਪੈਂਦਾ, ਜਦ ਪੈਣ ਵਿਛੋੜੇ ਸੱਜਣਾ ਦੇ। ਆਪ ਮੁਹਾਰਾ ਰੋ ਪੈਂਦਾ, ਜਦ ਪੈਣ ਵਿਛੋੜੇ ਮਾਪਿਆਂ ਦੇ।
ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਦ, ਬਾਝ ਪਿਆਰੇ ਆਪਣੇ ਬਿਰਹੀ ਨਾ ਤੀਰੋਦ। ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀ ਹੈ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਹੀ ਪਿਆਰ ਵਾਲੇ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮੇਜਰ ਸਿੰਘ ਜੀ, ਜੋ ਵਾਹਿਗੁਰੂ ਜੀ ਦੇ ਘਰੋਂ ਜਿਤਨੀ ਸਵਾਸਾਂ ਦੀ ਪੂੰਜੀ ਮਿਲੀ ਸੀ, ਜਿਤਨੀ ਉਮਰ ਪ੍ਰਾਪਤ ਹੋਈ ਸੀ, ਉਸ ਉਮਰ ਨੂੰ ਭੋਗਦੇ ਹੋਏ ਮਾਤਲੋਕ ਦੀ ਯਾਤਰਾ ਪੂਰੀ ਕਰਕੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਬਹੁਤ ਵੱਡੇ ਪਰਿਵਾਰ, ਦੰਦੀਵਾਲ ਪਰਿਵਾਰ, ਧੀਆਂ ਪੁੱਤਰਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਰਿਸ਼ਤੇਦਾਰ, ਸਕੇ ਸੰਬੰਧੀਆਂ ਨੂੰ ਸਰੀਰ ਕਰਕੇ ਸਦੀਵ ਕਾਲ ਦਾ ਵਿਛੋੜਾ ਦੇ ਗਏ, ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਪੰਜਾਂ ਤੱਤਾਂ ਦੇ ਸਰੀਰ ਦਾ ਪਰਿਤਿਆਗ ਕਰਕੇ ਸਦੀਵ ਕਾਲ ਵਾਸਤੇ ਆਪਣੇ ਪਰਿਵਾਰ ਤੋਂ ਓਹਲੇ ਹੋ ਗਏ। ਦੰਦੀਵਾਲ ਪਰਿਵਾਰ ਦੇ ਨਾਲ ਦੁੱਖਾਂ ਦੀ ਸਾਂਝ ਪਾਉਣ ਵਾਸਤੇ, ਦੁੱਖ ਵੰਡਾਉਣ ਵਾਸਤੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਗੁਰਬਾਣੀ, ਗੁਰਮਤਿ ਵਿਚਾਰ, ਗੁਰ ਇਤਿਹਾਸ, ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ, ਸਮੇਂ ਅਤੇ ਸਵਾਸਾਂ ਦੀ ਸਫਲਤਾ ਵਾਸਤੇ ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਭਾਣੇ ਨੂੰ ਸੀਸ ਝੁਕਾਈਏ, ਵਾਹਿਗੁਰੂ ਦੇ ਹੁਕਮ ਨੂੰ ਸੀਸ ਝੁਕਾਈਏ, ਮਨ ਕਰਕੇ ਹਾਜ਼ਰ ਹੋਈਏ। ਸਰਬੱਤ ਸੰਗਤ ਮਾਈ ਭਾਈ ਸੇਵਾ ਨਿਭਾ ਰਹੀਆਂ ਗੁਰੂ ਕੀਆਂ ਸੰਗਤਾਂ, ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੇਡਾਂ ਵਾਹਿਗੁਰੂ ਦੀਆਂ ਨੇ। ਸੰਸਾਰ ਦਾ ਜਿਹੜਾ ਖੇਡ ਹੈ ਇਹ ਤਾਣੇ ਪੇਟੇ ਦੀ ਤਰ੍ਹਾਂ ਹੈ। ਜਿਵੇਂ ਤਾਣਾ ਤੇ ਪੇਟਾ ਹੁੰਦਾ ਨਾ, ਆਪਸੀ ਸੰਬੰਧ ਹੁੰਦਾ ਤਾਣੇ ਦਾ ਤੇ ਪੇਟੇ ਦਾ, ਉਵੇਂ ਇਹ ਸੰਸਾਰ ਹੈ। ਵਾਹਿਗੁਰੂ ਨੇ ਸੰਸਾਰ ਨੂੰ ਸਾਜ ਕੇ ਰਿਸ਼ਤੇ ਨਾਤੇ ਬਣਾਏ, ਜਿਸ ਦੇ ਵਿੱਚ ਮਾਤਾ ਪਿਤਾ, ਦਾਦੇ ਦਾਦੀਆਂ, ਧੀਆਂ ਪੁੱਤਰ, ਹੋਰ ਅੱਗੇ ਫਿਰ ਸ਼ਾਖਾਂ ਹੁੰਦੀਆਂ ਨੇ ਰਿਸ਼ਤੇਦਾਰੀ ਦੀਆਂ। ਉਹਨਾਂ ਦੇ ਵਿੱਚ ਫਿਰ ਇਹ ਤਾਣਾ ਪੇਟਾ ਚੱਲਦਾ ਰਹਿੰਦਾ ਹੈ। ਇੱਕ ਆ ਰਿਹਾ, ਇੱਕ ਸੰਸਾਰ ਵਿੱਚ ਭੱਜਿਆ ਫਿਰਦਾ ਹੈ, ਇੱਕ ਆਪਣੀ ਖੇਡ ਖੇਡ ਕੇ ਵਾਪਸ ਤੁਰ ਗਿਆ। ਚਾਰ ਭਾਈਆਂ ਨੇ ਮੋਢਿਆਂ ਤੇ ਚੁੱਕ ਲਿਆ, ਸ਼ਮਸ਼ਾਨ ਘਾਟ ਨੂੰ ਲਈ ਜਾ ਰਹੇ ਨੇ। ਇੱਕ ਇੱਕ ਨਗਰ ਦੇ ਵਿੱਚ ਇਸ ਤਰ੍ਹਾਂ ਹੁੰਦਾ ਰਹਿੰਦਾ ਹੈ। ਕੱਲੇ ਕੱਲੇ ਨਗਰ ਵਿੱਚ ਬੱਚੇ ਦਾ ਜਨਮ ਹੋ ਗਿਆ, ਬਜ਼ੁਰਗ ਤੁਰ ਗਿਆ, ਬੱਚੇ ਦਾ ਜਨਮ ਹੋ ਗਿਆ, ਕੋਈ ਨੌਜਵਾਨ ਤੁਰ ਗਿਆ, ਉੱਧਰੋਂ ਬੱਚਿਆਂ ਦੇ ਜਨਮ ਹੁੰਦੇ ਨੇ ਤੇ ਉੱਧਰੋਂ ਖੇਡਾਂ ਖੇਡ ਖੇਡ ਕੇ ਸੰਸਾਰ ਵਾਪਸ ਮੁੜਿਆ ਜਾਂਦਾ ਹੈ। ਗੱਲਾਂ ਸੌਖੀਆਂ ਤਾਂ ਹੈ ਨਹੀਂ। ਇੱਕ ਹੱਸਦੇ ਵਸਦੇ ਪਰਿਵਾਰ ਵਿੱਚੋਂ ਇੱਕ ਰੰਗਲਾ ਸੱਜਣ ਜਦੋਂ ਤੁਰ ਜਾਂਦਾ ਹੈ, ਕੁਝ ਗੱਲਾਂ ਇਹ ਹੁੰਦੀਆਂ ਨੇ ਵੀ ਕੁਝ ਕੁ ਗੱਲਾਂ ਦੀ ਬੰਦਾ ਤਿਆਰੀ ਰੱਖਦਾ ਕਰਕੇ। ਤਿਆਰੀ ਕਿਵੇਂ? ਜਿਵੇਂ ਸਾਡੇ ਆਪਣੇ ਬਜ਼ੁਰਗ ਨੇ, ਜਦੋਂ ਬਜ਼ੁਰਗ 70 75 80 ਤੇ ਪਹੁੰਚ ਗਿਆ, ਆਪਣਾ ਮਨ ਧਰਵਾਸ ਬੰਨ੍ਹਦਾ ਉਸ ਗੱਲ ਨੂੰ ਵੀ ਹੁਣ ਇਹ ਬੁਢੇਪਾ ਆ ਗਿਆ, ਬੁਢੇਪੇ ਤੋਂ ਬਾਅਦ ਮੌਤ ਹੈ। ਉੱਥੇ ਆਪਾਂ ਨੂੰ ਇੱਕ ਤਸੱਲੀ ਜੀ ਹੋ ਜਾਂਦੀ ਹੈ ਵੀ ਠੀਕ ਹੈ, ਹੁਣ ਇਹ ਤੋਂ ਬਾਅਦ ਤਾਂ ਜਾਣਾ ਹੀ ਹੈ। ਉਹਦਾ ਦੁੱਖ ਹੁੰਦਾ ਪਰ ਓਨਾ ਨਹੀਂ ਹੁੰਦਾ ਜਿੰਨਾ ਬੇਵਕਤੀ ਮੌਤ ਹੁੰਦੀ ਹੈ ਸੰਸਾਰ ਵਾਸਤੇ। ਗੁਰੂ ਵਾਸਤੇ ਇਹ ਸਰੀਰ ਦੀ ਉਮਰ ਕੋਈ ਮਾਇਨਾ ਨਹੀਂ ਰੱਖਦੀ ਗੁਰੂ ਵਾਸਤੇ। ਕਿਉਂ? ਕਿਉਂਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਜਦੋਂ ਕੋਈ ਬੰਦਾ ਸਰੀਰ ਛੱਡਦਾ ਹੈ, ਭਾਵ ਸਵਾਸਾਂ ਦੀ ਪੂੰਜੀ ਖਤਮ ਹੋ ਜਾਂਦੀ ਹੈ, ਉਹਦਾ ਭਾਵ ਇਹ ਨਹੀਂ ਹੈ ਗੁਰਮਤਿ ਦੇ ਅਨੁਸਾਰ ਵੀ ਉਹ ਬੰਦਾ ਮਰ ਗਿਆ। ਨਹੀਂ, ਇਹ ਗੁਰਮਤਿ ਦੇ ਵਿੱਚ ਇਹ ਮੌਤ ਨੂੰ ਮੰਨਿਆ ਨਹੀਂ। ਮਹਾਰਾਜ ਜੀ ਕਹਿੰਦੇ ਹੋ ਸਕਦਾ ਹੈ ਉਹ ਬੰਦਾ ਸਰੀਰ ਕਰਕੇ ਓਹਲੇ ਹੋ ਗਿਆ, ਪਰ ਉਹ ਆਪਣੇ ਪਰਿਵਾਰ ਵਾਸਤੇ, ਆਪਣੇ ਸੰਬੰਧੀਆਂ ਵਾਸਤੇ, ਆਪਣੇ ਨਗਰ ਵਾਸਤੇ ਕੋਈ ਐਸੇ ਉੱਤਮ ਕਰਮ ਕਰ ਗਿਆ। ਸਰੀਰ ਭਾਵੇਂ ਉਹਦਾ ਨਹੀਂ ਰਿਹਾ, ਉਹਦੇ ਕੀਤੇ ਕਰਮ, ਉਹਦੇ ਇਕੱਤਰ ਕੀਤੇ ਹੋਏ ਗੁਣ ਸਦਾ ਵਾਸਤੇ ਜਿਉਂਦੇ ਰਹਿਣਗੇ। ਉਹ ਕਦੇ ਵੀ ਨਹੀਂ ਮਰਦੇ। ਉਹ ਸਰੀਰ ਕਰਕੇ ਭਾਵੇਂ ਤੁਰ ਜਾਂਦੇ ਨੇ, ਪਰ ਉਹਦੇ ਸਰੀਰ ਦੇ ਜਾਣ ਤੋਂ ਬਾਅਦ ਵੀ ਉਹ ਜਿਉਂਦੇ ਹੁੰਦੇ ਨੇ, ਉਹ ਕਦੇ ਨਹੀਂ ਮਰਦੇ।
ਇਹ ਗੁਰਮਤਿ ਦਾ ਉਪਦੇਸ਼ ਹੈ। ਦੂਸਰੀ ਸਾਈਡ ਇਹ ਹੈ ਵੀ ਇਸ ਗੱਲ ਦੇ ਆਪਾਂ ਲੋਕ ਗਵਾਹ, ਜਿਹੜਾ ਬੰਦਾ ਸੰਸਾਰ ਤੇ ਆ ਕੇ ਨੀਚ ਕਰਮ ਕਰਦਾ, ਬੁਰੇ ਕਰਮ ਕਰਦਾ, ਆਪਾਂ ਕਿਤੇ 10 ਬੰਦੇ ਬੈਠੇ ਹੁੰਦੇ ਆ ਸਿਆਣੇ, ਉਹ ਗੱਲ ਚੱਲ ਪੈਂਦੀ ਉਸ ਬੰਦੇ ਦੀ। ਉਸ ਬੰਦੇ ਦੀ ਜਦੋਂ ਗੱਲ ਚੱਲਦੀ ਹੈ, ਵਿੱਚੋਂ ਬੈਠੇ 2 ਸਿਆਣੇ ਸੱਜਣ ਕਹਿੰਦੇ ਛੱਡੋ, ਉਹਦੀ ਕੀ ਗੱਲ ਕਰਨੀ ਹੈ, ਉਹਦੀ ਗੱਲ ਕੀ ਕਰਨੀ ਹੈ, ਕਿਉਂ ਐਵੇਂ ਮੈਲ ਲਾਉਨੇ ਹੋ। ਭਾਵ ਸਰੀਰ ਉਹਦਾ ਤੁਰਿਆ ਫਿਰਦਾ, ਦੁਨੀਆ ਦੀ ਨਜ਼ਰ ਵਿੱਚ ਉਹ ਇੱਕ ਬੁੱਤ ਤੁਰਿਆ ਫਿਰਦਾ ਹੈ। ਭਾਵ ਸਰੀਰ ਹੈਗਾ ਪਰ ਗੁਣਾ ਕਰਕੇ, ਔਗਣਾ ਕਰਕੇ ਮਰ ਗਿਆ, ਕੱਲਾ ਸਰੀਰ ਹੈ, ਹੋਰ ਕੁਛ ਨਹੀਂ ਹੈ। ਗੁਰਮਤਿ ਨੇ ਤਾਂ ਇਸ ਚੀਜ਼ ਨੂੰ ਤਰਜੀਹ ਦਿੱਤੀ ਹੈ। ਅੱਜ ਮੇਜਰ ਸਿੰਘ ਆਪਣੇ ਵਿੱਚ ਭਾਵੇਂ ਨਹੀਂ, ਸਾਧ ਸੰਗਤ ਭਾਈ ਸਾਧੂ ਸਿੰਘ ਆਪਣੇ ਵਿੱਚ ਭਾਵੇਂ ਨਹੀਂ, ਜਗਮੇਲ ਸਿੰਘ ਭਾਵੇਂ ਆਪਣੇ ਵਿੱਚ ਨਹੀਂ, ਪਰ ਉਹਨਾਂ ਦੇ ਗੁਣ, ਉਹਨਾਂ ਦੀਆਂ ਕੀਤੀਆਂ ਨੇਕ ਕਮਾਈਆਂ ਉਹਨਾਂ ਦੇ ਬੱਚਿਆਂ ਵਿੱਚੋਂ ਵੇਖੀਆਂ ਜਾ ਸਕਣਗੀਆਂ, ਉਹਨਾਂ ਦੇ ਪੋਤਰਿਆਂ ਵਿੱਚੋਂ ਵੇਖੀਆਂ ਜਾ ਸਕਣਗੀਆਂ। ਉਹਨਾਂ ਦਾ ਐਕਸ ਪਵੇਗਾ, ਵੇਖਣ ਵਾਲੇ ਨੇ ਆਖਣਾ ਹੈ ਆਹ ਕਿਹਦਾ ਜਵਾਕ ਹੈ, ਕਹਿੰਦੇ ਮੇਜਰ ਸਿੰਘ ਦਾ, ਸਾਧੂ ਸਿੰਘ, ਜਗਮੇਲ ਸਿੰਘ ਦਾ। ਉਹਨਾਂ ਦੇ ਦਿੱਤੇ ਸੰਸਕਾਰ, ਉਹ ਫਿਰ ਸਿਆਣੇ ਲੋਕ ਕਹਿੰਦੇ ਨੇ ਵੀ ਇਹਨਾਂ ਦਾ ਜਿਹੜਾ ਵੱਡਾ ਸੀ ਨਾ ਉਹ ਬੜਾ ਚੰਗਾ ਸੀ। ਉਹ ਤਾਂ ਸਰੀਰ ਤਾਂ ਹੈ ਨਹੀਂ ਨਾ, ਪਰ ਉਹਦੀਆਂ ਗੱਲਾਂ ਹਮੇਸ਼ਾ ਹੁੰਦੀਆਂ ਨੇ। ਇਸ ਕਰਕੇ ਮਹਾਰਾਜ ਜੀ ਨੇ ਸਾਨੂੰ ਗੁਣਾ ਕਰਕੇ ਵੱਡੇ ਬਣਾਇਆ ਹੈ। ਵੀ ਜਦੋਂ ਅਸੀਂ ਚੰਗਿਆਈਆਂ ਰੋਜ਼ ਹੀ ਪੜ੍ਹਦੇ ਹਾਂ ਆਪਾਂ ਨਾ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਇਹਨਾਂ ਚੀਜ਼ਾਂ ਨੂੰ ਮਹਾਰਾਜ ਨੇ ਬਾਣੀ ਵਿੱਚ ਆਖਿਆ। ਕਹਿੰਦੇ ਭਾਈ ਇਹ ਸੋਚ ਸਮਝ ਕੇ ਕਰਨੇ ਚਾਹੀਦੇ ਨੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ, ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਚ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਪੁੰਨ ਪਾਪ ਨੀ ਜਿੰਦੜੀਏ ਤੇਰੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਪੁੰਨ ਪਾਪ ਨੀ ਜਿੰਦੜੀਏ ਤੇਰੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਪੁੰਨ ਪਾਪ ਨੀ ਜਿੰਦੜੀਏ ਤੇਰੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਪੁੰਨ ਪਾਪ ਨੀ ਜਿੰਦੜੀਏ ਤੇਰੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਪੁੰਨ ਪਾਪ ਨੀ ਜਿੰਦੜੀਏ ਤੇਰੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਪੁੰਨ ਪਾਪ ਨੀ ਜਿੰਦੜੀਏ ਤੇਰੇ। ਪੁੰਨ ਪਾਪ ਨੀ ਜਿੰਦੜੀਏ
ਜਿੰਦੜੀਏ ਤੇਰੇ ਤਕੜੀ ਚ ਤੋਲੇ ਜਾਣਗੇ ਪੁੰਨ ਪਾਪ ਨੀ ਜਿੰਦੜੀਏ ਤੇਰੇ ਤਕੜੀ ਚ ਤੋਲੇ ਜਾਣਗੇ ਜਿੰਦੜੀਏ ਤੇਰੇ ਤਕੜੀ ਚ ਤੋਲੇ ਜਾਣਗੇ ਪੁੰਨ ਪਾਪ ਨੀ ਜਿੰਦੜੀਏ ਤੇਰੇ ਤਕੜੀ ਚ ਤੋਲੇ ਜਾਣਗੇ ਪੁੰਨ ਪਾਪ ਨੀ ਜਿੰਦੜੀਏ ਤੇਰੇ ਤਕੜੀ ਚ ਤੋਲੇ ਜਾਣਗੇ ਪੁੰਨ ਪਾਪ ਨੀ ਜਿੰਦੜੀਏ ਤੇਰੇ ਤਕੜੀ ਚ ਤੋਲੇ ਜਾਣਗੇ। ਵੇਖੋ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ ਲੇਖਾ ਰੱਬ ਮਗੇਸੀਆ ਬੈਠਾ ਕੱਢ ਬਹੀ ਲੈ ਕੇ ਤਕੜੀ ਤੋਲਣ ਲਾਗਾ ਘਟ ਹੀ ਮੈਂ ਬਣਜਾਰਾ। ਹੁਣ ਵੇਖੋ ਇਹਦਾ ਆਪਣੇ ਕੋਲ ਸਬੂਤ ਨੇ ਇਹਨਾਂ ਚੀਜ਼ਾਂ ਦੇ, ਇਹ ਨਹੀਂ ਵੀ ਆਪਾਂ ਇੱਥੋਂ ਪੜ੍ਹਤਾ ਵੀ ਜੀ ਕਿੱਥੇ ਤੋਲੇ ਜਾਣਗੇ, ਕੌਣ ਤੋਲੂਗਾ, ਕਿਵੇਂ, ਕੋਈ ਸਬੂਤ ਹੈ। ਵੇਖੋ ਆਪਾਂ ਗੁਰਬਾਣੀ ਦੇ ਆਧਾਰ ਤੇ ਗੱਲ ਕਰਨੀ ਹੈ, ਵਿਚਾਰ ਕਰਨੀ ਹੈ, ਤਾਂ ਕਿ ਅਸੀਂ ਉਹ ਮੰਨਣ ਦੀ ਜਿਹੜੀ ਪਰਿਭਾਸ਼ਾ ਹੈ ਉਹਦੇ ਤੇ ਸਾਡੀ ਮੱਤ ਟਿਕ ਜਾਵੇ। ਹੁਣ ਵੇਖੋ ਆ ਹੁਣ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਹੈ। ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਤੇ ਹੁਣ ਉੱਥੇ ਆਪਾਂ ਕੀ ਜਦੋਂ ਜਾਂਦੇ ਆ ਆਪਣੀ ਸੁਰਤ ਵਿੱਚ ਕੀ ਆਉਂਦਾ ਹੈ? ਆਪਣੇ ਕੋਲੋਂ ਤਕੜੀ ਹੈ, ਆਪਾਂ ਉਹ ਤਕੜੀ ਲੈ ਕੇ ਉੱਥੇ ਜਾਂਦੇ ਆ। ਉੱਥੇ ਜਾ ਕੇ ਸੂਬਾ ਸਰਹੰਦ ਵਜੀਦ ਖਾਂ, ਝੂਠਾ ਨੰਦ, ਭਾਵੇਂ ਉਹਦਾ ਪਹਿਲਾ ਨਾਮ ਸੁੱਚਾ ਨੰਦ ਹੈ, ਤੇ ਉਧਰੋਂ ਗੰਗੂ ਰਸੋਈਆ ਤੇ ਸਾਧ ਸੰਗਤ, ਇਹ ਤਾਂ ਇਹ ਸਾਈਡ ਹੋ ਗਈ। ਦੂਸਰੀ ਸਾਈਡ ਇਹ ਤਾਂ ਹੈਗੇ ਪਾਪ ਕਮਾਉਣ ਵਾਲੇ, ਸੂਬਾ ਸਰਹੰਦ ਹੋ ਗਿਆ ਤੇ ਆਪਣਾ ਗੰਗੂ ਹੋ ਗਿਆ ਤੇ ਝੂਠਾ ਆਨੰਦ ਸੁੱਚਾ ਆਨੰਦ ਹੋ ਗਿਆ। ਦੂਸਰੀ ਸਾਈਡ ਕੌਣ ਹੈ? ਦੂਸਰੀ ਸਾਈਡ ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਬਾਬਾ ਮੋਤੀ ਰਾਮ ਮਹਿਰਾ, ਧੰਨ ਭਾਈ ਟੋਡਰ ਮੱਲ ਸ਼ਾਹੂਕਾਰ ਤੇ ਸਾਧ ਸੰਗਤ, ਧੰਨ ਸਾਧ ਸੰਗਤ ਉਹ ਮਲੇਰਕੋਟਲੇ ਵਾਲਾ ਨਵਾਬ ਤੇ ਮੁਹੰਮਦ ਖਾਂ, ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ, ਹੋਰ ਅਣਗਿਣਤ। ਤੇ ਇੱਕ ਸਾਈਡ ਉਹ ਨੇ ਤੇ ਜਿਨ੍ਹਾਂ ਨੇ ਪਾਪ ਕਮਾਇਆ, ਉਹਨਾਂ ਦੇ ਬਦੌਲਤ ਆਪਣੇ ਖਿਆਲ ਵਿੱਚ ਕੀ ਆਉਂਦਾ ਹੈ, ਤੇ ਜਿਨ੍ਹਾਂ ਨੇ ਪੁੰਨ ਕਮਾਇਆ ਉਹ ਤਾਂ ਮੌਕੇ ਤੇ ਮਾਤਾ ਗੁਜਰੀ ਜੀ ਨੇ ਬਖਸ਼ਿਸ਼ਾਂ ਕੀਤੀਆਂ, ਧੰਨ ਮੋਤੀ ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਛਕਾਇਆ। ਉਹ ਤਾਂ ਧੰਨਤਾ ਦੇ ਯੋਗ ਉਹਦੀ ਬਣ ਗਏ। ਪਰ ਅੱਜ ਵੀ ਉਹ ਤਕੜੀ ਤੋਲ ਰਹੀ ਹੈ ਗੁਰੂ ਕੀ ਸੰਗਤ ਦੇ ਰੂਪ ਵਿੱਚ ਨਾ। ਇੱਕ ਪਾਸੇ ਉਹਨਾਂ ਪਾਪੀਆਂ ਨੂੰ ਆਪਾਂ ਕਿਸ ਨਜ਼ਰ ਨਾਲ ਵੇਖਦੇ ਹਾਂ ਤੇ ਉਹਨਾਂ ਪੁੰਨੀਆਂ ਨੂੰ, ਪੁੰਨ ਕਰਮ ਕਰਨ ਵਾਲਿਆਂ ਨੂੰ, ਜਿੰਨਾ ਚਿਰ ਚੰਦ ਸੂਰਜ ਤਾਰੇ ਦੁਨੀਆ ਰਹੇਗੀ ਉਹਨਾਂ ਚਿਰ ਸਾਧ ਸੰਗਤ ਉਹ ਪੁੰਨ ਵਾਲੀ ਤਕੜੀ ਵਿੱਚ ਉਹਨਾਂ ਦੇ ਪੁੰਨ ਉੱਤਮ ਕਰਮ ਤੋਲੇ ਜਾਣਗੇ, ਤੁਲਦੀ ਰਹਿਣਗੇ। ਇਸ ਕਰਕੇ ਕਦੇ ਵੀ ਮਨੁੱਖ ਨੂੰ ਇਹੋ ਜਿਹਾ ਫੈਸਲਾ ਜ਼ਿੰਦਗੀ 'ਚ ਨਹੀਂ ਲੈਣਾ ਚਾਹੀਦਾ ਵੀ ਉਹ ਸਾਰੀ ਜ਼ਿੰਦਗੀ ਪਾਪਾਂ ਵਾਲੇ ਪਾਸੇ ਭੱਜਿਆ ਫਿਰੇ, ਬੁਰੇ ਕਰਮਾਂ ਵਾਲੇ ਪਾਸੇ ਭੱਜਿਆ ਫਿਰੇ। ਇਸੇ ਕਰਕੇ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਬਖਸ਼ਿਸ਼ ਕਰਕੇ ਨੇ ਆਪਾਂ ਨੂੰ ਗੁਰੂ ਦੀ ਬਾਣੀ, ਵੀ ਸਿੱਖਾ ਤੈਨੂੰ ਗੁਰੂ ਦੀ ਬਾਣੀ ਨਾਲ ਜੋੜਦੇ ਆ। ਐਸਾ ਉਪਦੇਸ਼ ਹੈ, ਮਾੜੇ ਕਰਮ ਦਾ ਉਪਦੇਸ਼ ਹੀ ਹੈ ਨਹੀਂ ਗੁਰਬਾਣੀ ਵਿੱਚ, ਸਾਰਾ ਚੰਗੇ ਕਰਮਾਂ ਦਾ ਹੈ, ਉੱਤਮ ਕਰਮਾਂ, ਸੁੱਚੇ ਕਰਮ, ਨਿਰਮਲ ਕਰਮ, ਪਵਿੱਤਰ ਕਰਮ। ਐਡਾ ਵਧੀਆ ਖਜ਼ਾਨਾ ਬਖਸ਼ਿਸ਼ ਕੀਤਾ ਆਪਾਂ ਨੂੰ ਗੁਰੂ ਜੀ ਨੇ। ਸੋ ਸੇਧ ਲੈਣੀ ਚਾਹੀਦੀ ਹੈ। ਉਹ ਸੇਧ ਲੈ ਕੇ ਹੀ ਆਪਾਂ ਸਾਧ ਸੰਗਤ ਸਮਾਜ ਵਿੱਚ ਇੱਕ ਚੰਗੇ ਮਨੁੱਖ ਤੇ ਚੰਗਾ ਸਮਾਜ ਸਿਰਜ ਸਕਦੇ ਹਾਂ, ਜੇਕਰ ਅਸੀਂ ਉਹਨਾਂ ਗੁਣਾਂ ਨੂੰ ਧਾਰਨ ਕਰਾਂਗੇ, ਗ੍ਰਹਿਣ ਕਰਾਂਗੇ। ਹੁਣ ਵੇਖੋ ਸਰੀਰ ਦਾ ਕੋਈ ਪਤਾ ਨਹੀਂ ਵੀ ਕਿਹਨੂੰ ਕਿੰਨੇ ਸਵਾਸ ਮਿਲੇ ਨੇ, ਕਿੰਨੀ ਉਹਦੀ ਉਮਰ ਹੈ, ਇਹ ਤਾਂ ਵਾਹਿਗੁਰੂ ਆਪ ਜਾਣਦਾ ਹੈ। ਇਹ ਤਾਂ ਪਤਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਭਾਂਡੇ ਨੇ ਕਦੋਂ ਫੁੱਟ ਜਾਣਾ ਹੈ। ਮੌਤ ਹੈ ਨਾ ਜਿਹੜੀ, ਮੌਤ ਮਨੁੱਖ ਜਿਹੜਾ ਨਾ, ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ। ਮੰਡਲ ਆ ਮਾਤਲੋਕ, ਮਰਨੇ ਦਾ ਦਿਨ ਆਪਣਾ ਸਾਰਿਆਂ ਦਾ, ਆਪਣੇ ਤੋਂ ਪਹਿਲਿਆਂ ਦਾ ਲਿਖਿਆ ਪਿਆ ਵੀ ਇਸ ਦਿਨ ਇੰਨੇ ਵੱਜ ਕੇ ਇੰਨੇ ਮਿੰਟ ਇੰਨੇ ਸਕਿੰਟਾਂ ਤੇ ਤੇਰੀ ਸਵਾਸਾਂ ਦੀ ਪੂੰਜੀ ਸਮਾਪਤ ਹੋ ਜਾਣੀ ਹੈ, ਕੋਈ ਨਹੀਂ ਰੱਖ ਸਕਦਾ। ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋ ਗਈਆਂ ਨਾ, ਦਾਣਾ ਪਾਣੀ ਮੁੱਕ ਗਿਆ, ਪਾਣੀ ਦੀ ਜਿਹੜੀ ਘੁੱਟ ਹੈ ਉਹ ਅਖੀਰਲੀ ਰਹਿ ਗਈ, ਇਹ ਤੋਂ ਬਾਅਦ ਵੀ ਤੇਰੇ ਛਕਣ ਦਾ ਹੈ ਨਹੀਂ ਕੁਛ। ਇਹ ਗੱਲਾਂ ਪ੍ਰੈਕਟੀਕਲ ਹੋਈਆਂ ਨੇ ਭਾਈ,
ਪ੍ਰੈਕਟੀਕਲ। ਮੈਨੂੰ ਮੰਡਾਲੀ ਪਿੰਡ ਦੇ ਇੱਕ ਪਰਿਵਾਰ ਨੇ ਗੱਲ ਦੱਸੀ। ਉਹ ਕਹਿੰਦੇ ਬਾਪੂ ਜੀ ਕਹਿੰਦੇ ਉਹ ਵਿਹੜੇ ਦੇ ਵਿੱਚ ਬੈਠੇ ਨੇ, ਸ਼ਾਮ ਦਾ ਪ੍ਰਸ਼ਾਦਾ ਛਕਣ ਲੱਗ ਰਹੇ। ਜਦੋਂ ਸ਼ਾਮ ਦਾ ਪ੍ਰਸ਼ਾਦਾ ਛਕਣ ਲੱਗ ਗਏ ਤੇ ਨੂੰਹ ਰਾਣੀ ਨੇ ਅੰਦਰੋਂ ਕਹਿੰਦੇ ਬਾਪੂ ਦਾ ਪ੍ਰਸ਼ਾਦਾ ਠੰਡਾ ਹੋ ਗਿਆ, ਗਰਮ ਰੱਖ ਕੇ ਆਵਾਂ। ਤੇ ਉਹ ਨੂੰਹ ਰਾਣੀ ਅੰਦਰੋਂ ਗਰਮ ਪ੍ਰਸ਼ਾਦਾ ਰੱਖ ਕੇ ਕਹਿੰਦੇ ਮੈਂ ਦੁਬਾਰਾ ਰਸੋਈ ਦੇ ਵਿੱਚ ਗਈ। ਜਦੋਂ ਮੈਂ ਤਾਕੀ ਵਿੱਚੋਂ ਦੀ ਵੇਖਿਆ, ਕਹਿੰਦੇ ਬਾਪੂ ਨੇ ਇੱਥੇ ਬੁਰਕੀ ਕਰ ਰੱਖੀ, ਇੱਥੇ ਬਸ ਇੱਥੇ ਸਾਹ ਨਿਕਲ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੌਤ ਕੀ ਕਹਿੰਦੀ ਹੈ ਵੀ ਇਹ ਬੁਰਕੀ ਤੇਰੀ ਹੈ ਨਹੀਂ, ਅੰਦਰ ਜਾ ਨਹੀਂ ਸਕਦੀ, ਗਰਾਹੀ ਮੁੱਕ ਗਈ ਬਸ ਇੱਥੇ। ਕਹਿੰਦੇ ਉਹ ਫਿਰ ਜਦੋਂ ਸਵਾਸ ਨਿਕਲਦੇ ਨੇ ਮੂੰਹ ਖੁੱਲ੍ਹਾ ਰਹਿ ਗਿਆ। ਕਹਿੰਦੇ ਲੈ ਵੇਖੋ, ਕਹਿੰਦੇ ਉਹ ਬੀਬੀ ਅੰਦਰੋਂ ਆਖੀ ਜਾਵੇ, ਕਹਿੰਦੇ ਬਾਪੂ ਦਾ ਉਹੀ ਮਸ਼ਕਰੀਆਂ ਕਰਨ ਵਾਲਾ ਸੁਭਾਅ ਗਿਆ ਨਹੀਂ, ਕਿੰਨਾ ਚਿਰ ਹੋ ਗਿਆ ਇੱਥੇ ਹੱਥ ਰੱਖਣ ਵਾਲੇ ਹੱਸੀ ਜਾਂਦੇ ਨੇ। ਜਦੋਂ ਆ ਕੇ ਵੇਖਿਆ ਤੇ ਉਹ ਗਰਦਨ ਲੁਟਕ ਗਈ ਨਾਲ ਦੀ ਨਾਲ। ਇਹ ਇਸ ਤਰ੍ਹਾਂ ਦੀਆਂ ਖੇਡਾਂ ਨੇ। ਦਾਣਾ ਪਾਣੀ ਮੁੱਕ ਗਿਆ। ਉਹ ਜਗ੍ਹਾ ਜਿੱਥੇ ਸਰੀਰ ਨੇ ਡਿੱਗਣਾ, ਉਹ ਜਗ੍ਹਾ ਮੁਕਰਰ ਕੀਤੀ ਹੋਈ ਹੈ ਆਪਣੀ ਸਾਰਿਆਂ ਦੀ। ਬਿਨਾਂ ਜਗ੍ਹਾ ਤੋਂ ਸਰੀਰ 'ਚੋਂ ਸਵਾਸ ਨਹੀਂ ਨਿਕਲਦੇ, ਉਸੇ ਜਗ੍ਹਾ ਤੇ ਨਿਕਲਣਗੇ। ਕਈ ਵਾਰ ਆਪਾਂ ਨੂੰ ਹੁੰਦਾ ਨਾ ਵੀ ਚਲੋ ਜੇ ਸਾਹ ਘਰੇ ਨਿਕਲ ਜਾਣ ਪਰਿਵਾਰ ਦੇ ਵਿੱਚ ਜਾ ਕੇ, ਪਰ ਨਹੀਂ, ਕਈ ਵਾਰੀ ਗੱਡੀਆਂ 'ਚ ਹੀ ਸਾਹ ਨਿਕਲ ਜਾਂਦੇ ਨੇ, ਹਸਪਤਾਲਾਂ 'ਚ ਹੀ ਸਾਹ ਨਿਕਲਦੇ ਨੇ। ਪਤਾ ਹੀ ਨਹੀਂ ਕਿੱਥੇ ਐਂਡ ਦਾ ਤਾਂ ਪਤਾ ਨਹੀਂ ਨਾ, ਮਹਾਰਾਜ ਜਾਣਦੇ ਨੇ ਆਪ। ਸੋ ਇਹ ਸਰੀਰ ਦਾ ਪਤਾ ਨਹੀਂ ਹੈ ਵੀ ਕਿਹੜੇ ਵੇਲੇ ਕਿੱਥੇ ਇਹਦਾ ਐਂਡ ਹੋ ਜਾਣਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਉਹ ਤੋਂ ਪਹਿਲਾਂ ਜਿਹੜਾ ਆਪਣੇ ਕੋਲ ਵੇਲਾ ਹੈ, ਵਕਤ ਹੈ, ਇਹਨੂੰ ਸੰਭਾਲਣਾ ਚਾਹੀਦਾ ਹੈ। ਮਹਾਰਾਜ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿੰਦੇ ਸੁਣ ਬਈ ਮਿੱਤਰ ਐ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਮੇਲ ਵੇਲਾ ਹੈ। 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 ਹਾਂ ਸੁਣ ਮਨ ਮਿੱਤਰ ਪਿਆਰਿਆ, ਮੇਲ ਵੇਲਾ ਹੈ। 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 ਪਾਤਸ਼ਾਹ ਜੀ ਦਾ ਬਚਨ ਹੈ, ਸੁਣ ਮਨ ਮਿੱਤਰ ਪਿਆਰਿਆ, ਐ ਮੇਰੇ ਪਿਆਰੇ ਮਨ ਮਿੱਤਰ, ਮਿਲ ਵੇਲਾ ਹੈ। ਇਹ ਆ ਵੇਲਾ 84 ਲੱਖ ਜੂਨ ਦੇ ਵਿੱਚੋਂ ਸਭ ਤੋਂ ਉੱਤਮ ਵੇਲਾ ਹੈ ਮਨੁੱਖਾ ਸਰੀਰ। ਪਰ ਸਤ ਸੰਗਤ ਤੋਂ ਬਿਨਾਂ ਸੋਝੀ ਨਹੀਂ ਪੈਂਦੀ, ਪਈ ਕਿਸੇ ਨੂੰ ਨਾ ਪੈਂਦੀ ਹੈ। ਸਤ ਸੰਗਤ ਦੇ ਵਿੱਚੋਂ ਹੀ ਸੋਝੀ ਪਈ ਹੈ।
ਸੋ ਇਹ ਵੇਲਾ ਉੱਤਮ ਵੇਲਾ ਹੈ, ਉੱਤਮ ਦੇਹੀ ਮਿਲੀ ਹੋਈ ਹੈ ਆਪਾਂ ਨੂੰ। ਇੱਕ ਮਨੁੱਖਾ ਸਰੀਰ ਨੂੰ ਛੱਡ ਕੇ, ਮਾਈ ਭਾਈ ਦੇ ਚੋਲੇ ਨੂੰ ਛੱਡ ਕੇ ਹੋਰ ਕਿਸੇ ਜੂਨ ਨੂੰ ਅਧਿਕਾਰ ਲਿਖਿਆ ਹੀ ਨਹੀਂ ਪਰਮਾਤਮਾ ਦੇ ਮਿਲਾਪ ਦਾ, ਇਕੱਲੇ ਮਨੁੱਖ ਨੂੰ ਹੈ। ਤੇ ਮਨੁੱਖ ਜਿੰਨੀ ਗੁਰਬਾਣੀ ਸੁਣਦਾ, ਜਿੰਨਾ ਕੀਰਤਨ ਸੁਣਦਾ, ਕਥਾ ਸੁਣਦਾ, ਓਨਾ ਹੀ ਜ਼ਿਆਦਾ ਤਕੜਾ ਹੋ ਕੇ ਸੌਹਾਂ ਖਾਈ ਜਾਂਦਾ। ਕਹਿੰਦਾ ਬਾਕੀ ਸਭ ਕੁਝ ਕਰ ਲੂੰਗਾ, ਅੰਮ੍ਰਿਤ ਨਹੀਂ ਛਕਦਾ। ਇਹਨੇ ਸਹੁੰ ਖਾ ਲਈ, ਮੈਂ ਨਹੀਂ ਅੰਮ੍ਰਿਤ ਛਕਦਾ। ਸੋ ਪਿਆਰਿਓ, ਜਿਹੜਾ ਕੰਮ ਕਰਨ ਵਾਸਤੇ ਆਇਆ ਸੀ ਉਹਦੇ ਤੋਂ ਇਹਨੂੰ ਅਲਰਜੀ ਹੋ ਗਈ, ਉਹਦੇ ਤੋਂ ਇਹਨੂੰ ਡਾਊਟ ਹੋ ਗਿਆ ਵੀ ਇਹ ਤੋਂ ਇਹ ਕੀ ਮਿਲਦਾ, ਇਹ ਤਾਂ ਸਾਰਾ ਪਖੰਡ ਹੈ, ਇਹ ਤਾਂ ਵਹਿਮ ਹੈ, ਇਹ ਤਾਂ ਐਵੇਂ ਭਾਰ ਹੈ ਵਾਧੂ ਦਾ। ਪਰ ਨਹੀਂ, ਵੱਡੇ ਭਾਗਾਂ ਕਰਕੇ ਸਾਨੂੰ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਮਿਲਿਆ ਪਿਆਰ ਵਾਲਿਓ। ਵੱਡੇ ਭਾਗਾਂ ਕਰਕੇ, ਐਵੇਂ ਨਹੀਂ ਮਿਲ ਗਿਆ, ਐਵੇਂ ਸਾਨੂੰ ਪੰਜਾਬ ਦੇ ਵਿੱਚ ਜਨਮ ਨਹੀਂ ਮਿਲ ਗਿਆ। ਸਭ ਤੋਂ ਜ਼ਿਆਦਾ ਜੇ ਗੁਰੂ ਸਾਹਿਬਾਨਾਂ ਨੇ ਤਾਰਨਾ ਕੀਤਾ ਤਾਂ ਪੰਜਾਬ ਦੀ ਧਰਤੀ ਨੂੰ। ਵੇਖ ਲਓ ਪੰਜਾਬ ਦੀ ਧਰਤੀ ਤੇ ਕਿਹੜੇ ਕਿਹੜੇ ਕੌਤਕ ਮਹਾਰਾਜ ਨੇ ਕੀਤੇ ਨੇ, ਕਿੱਥੇ ਕਿੱਥੇ ਮਹਾਰਾਜ ਨੇ ਸਾਨੂੰ ਬਖਸ਼ਣਾ ਕੀਤਾ ਹੈ। 2 ਪਿੰਡ ਲੰਘ ਜੋ, ਤੀਜੇ ਪਿੰਡ ਮਹਾਰਾਜ ਦੇ ਮੁਬਾਰਕ ਚਰਨ ਮਿਲਣਗੇ ਵੀ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਏ, ਇੱਥੇ 10ਵੇਂ ਪਾਤਸ਼ਾਹ ਮਹਾਰਾਜ ਜੀ ਆਏ, ਇਹ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ, ਇੱਥੇ 6ਵੇਂ ਪਾਤਸ਼ਾਹ ਮਹਾਰਾਜ। ਵੇਖੋ ਕਿੰਨਾ ਤਾਰਿਆ ਆਪਾਂ ਨੂੰ। ਆਪਾਂ ਨੂੰ ਉਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਇਹ ਵੇਲਾ ਹੈ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ। ਜਿਤਨਾ ਚਿਰ ਸਾਡੇ ਕੋਲ ਜਵਾਨੀ ਹੈ, ਸੁੰਦਰ ਸਰੀਰ ਹੈ, ਉਹਨਾਂ ਚਿਰ ਹੀ ਇਹ ਤਨ ਹੈ, ਉਹਨਾਂ ਚਿਰ ਹੀ ਇਹਦੇ ਵਿੱਚ ਸਵਾਸ ਚੱਲਦੇ ਨੇ। ਜਬ ਲਗ ਜੋਬਨ ਸਾਸ ਹੈ, ਤਬ ਲਗ ਇਹੋ ਤਨ ਦੇ। ਉਹਨਾਂ ਚਿਰ ਇਹ ਸਰੀਰ ਚੱਲਦਾ ਜਦੋਂ ਸਵਾਸਾਂ ਦੀ ਪੂੰਜੀ ਇਹਦੇ ਵਿੱਚ ਹੈ। ਤੇ ਜਦੋਂ ਸਵਾਸਾਂ ਦੀ ਪੂੰਜੀ ਮੁੱਕ ਗਈ ਫਿਰ ਤਾਂ ਸਰੀਰ ਕਿਹੋ ਜਿਹੀ ਹੈ, ਭਾਵੇਂ ਫਿਰ ਤਾਂ ਨਹੀਂ, ਭਾਵੇਂ ਗਰੀਬ ਭਾਵੇਂ ਅਮੀਰ। ਤਾਂ ਮਹਾਰਾਜ ਕਹਿੰਦੇ ਬਿਨ ਗੁਣ ਕਾਮ ਨਾ ਆ ਬਈ। ਗੁਣਾਂ ਤੋਂ ਬਿਨਾਂ ਇਹ ਕਿਸੇ ਕੰਮ ਦਾ ਨਹੀਂ ਹੈਗਾ। ਜੇ ਗੁਣ ਹੈ ਨਹੀਂ ਨਾ, ਆਪਾਂ ਆਮ ਹੀ ਆਖਦੇ ਹਾਂ, ਕਈ ਵਾਰੀ ਗੱਲਾਂ ਚੱਲਦੀਆਂ ਨੇ, ਕਹਿੰਦੇ ਫਲਾਣੇ ਦਾ ਪੁੱਤ ਬੜਾ ਸੋਹਣਾ ਹੈ, ਫਲਾਣੇ ਦੇ ਨੂੰਹ ਬੜੀ ਸੋਹਣੀ ਆਈ ਹੈ, ਕਹਿੰਦੇ ਕੀ ਕਰਾਂਗੇ ਰੰਗ ਨੂੰ, ਗੁਣ ਤਾਂ ਹੈ ਹੀ ਨਹੀਂ ਕੋਈ। ਆਪਾਂ ਹੀ ਲੋਕ ਕਹਿੰਦੇ ਆ, ਫਿਰ ਉਹੀ ਮਹਾਰਾਜ ਕਹਿ ਰਹੇ ਨੇ ਬਿਨ ਗੁਣ ਕਾਮ ਨਾ ਆ ਬਈ, ਢਹਿ ਢੇਰੀ ਤਨ ਖੇ। ਇੱਕ ਦਿਨ ਇਹਨੇ ਡਿੱਗ ਪੈਣਾ ਸਰੀਰ ਨੇ, ਸੁਆਦੀ ਖੇ ਸੁਆਦੀ ਮੁੱਠੀ ਬਣ ਜਾਣਾ। ਫਿਰ ਮਹਾਰਾਜ ਕੀ ਕਹਿੰਦੇ, ਕਬੀਰ ਸੂਤਾ ਕਿਆ ਕਰਹਿ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛਰਾ, ਤਾਹੀ ਕੇ ਸੰਗ ਲਾਗ। ਜਿਸ ਵਾਹਿਗੁਰੂ ਕੋਲੋਂ ਆਤਮਾ ਦਾ ਵਿਛੋੜਾ ਹੋਇਆ ਨਾ, ਉਹ ਸ਼ਬਦ ਦੀ ਸਵਾਰੀ ਕਰ ਲੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨਹਾਰ। ਕਲਗੀ ਵਾਲੇ ਪਾਤਸ਼ਾਹ ਜਦੋਂ ਸੱਚਖੰਡ ਹਜੂਰ ਸਾਹਿਬ ਭਾਣਾ ਵਰਤਾਉਣ ਲੱਗੇ ਨਾ, ਮਹਾਰਾਜ ਆਪਾਂ ਨੇ ਗੁਰਬਾਣੀ ਨੂੰ ਪਿਆਰ ਕਰਨਾ। ਜਿਹੜਾ ਗੁਰਬਾਣੀ ਨੂੰ ਪਿਆਰ ਕਰ ਗਿਆ ਉਹ ਜੀਵਨ ਦੀ ਬਾਜੀ ਜਿੱਤ ਗਿਆ। ਜਿਹਨੇ ਗੁਰਬਾਣੀ ਨੂੰ ਪਿਆਰ ਨਹੀਂ ਕੀਤਾ, ਗੁਰਬਾਣੀ ਨੂੰ ਪਿਆਰ ਕਰਨਾ ਕਿਹਨੂੰ ਕਹਿੰਦੇ ਨੇ, ਵੀ ਮਹਾਰਾਜ ਦੇ ਬਚਨ ਨੂੰ ਮੰਨਣਾ, ਹੁਕਮ ਨੂੰ ਮੰਨਣਾ, ਆਗਿਆ ਨੂੰ ਮੰਨਣਾ, ਇਹ ਗੁਰਬਾਣੀ ਨੂੰ ਪਿਆਰ ਕਰਨਾ ਹੈ। ਜਦੋਂ ਸੱਚਖੰਡ ਜਾਣ ਲੱਗੇ ਨਾ, ਸੰਗਤ ਨੇ ਉਦੋਂ ਬੇਨਤੀ ਕਰਕੇ ਪੁੱਛਿਆ, ਸੱਚੇ ਪਾਤਸ਼ਾਹ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਸੱਚਖੰਡ ਗਏ ਨਾ, ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਦੂਸਰੇ ਗੁਰੂ ਨਾਨਕ ਬਣਾ ਗਏ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਗਏ ਤਾਂ ਤੀਸਰੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤੀਸਰੇ ਗੁਰੂ ਨਾਨਕ ਬਣਾ ਗਏ। ਮਹਾਰਾਜ ਵਿਛੋੜਾ ਤਾਂ ਆਪ ਜੀ ਦਾ ਸਹਿ ਨਹੀਂ ਹੁੰਦਾ, ਝੱਲ ਨਹੀਂ ਹੁੰਦਾ, ਪਰ ਕਿਰਪਾ ਕਰੋ ਸਾਨੂੰ 11ਵੇਂ ਗੁਰੂ ਦੀ ਬਾਂਹ ਤਾਂ ਫੜਾਓ। ਮਹਾਰਾਜ 11ਵੇਂ ਕੌਣ ਨੇ, ਆਪ ਜੀਆਂ ਦੀ ਜਗ੍ਹਾ ਤੇ। ਉਸ ਵੇਲੇ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਖਾਲਸਾ ਜੀ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ। ਕੀ ਕਿਹਾ ਸੀ, ਗੁਰੂ ਮਾਨਿਓ ਗ੍ਰੰਥ ਆਗਿਆ ਭਈ ਹੈ ਅਕਾਲ ਕੀ। 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 ਗੁਰੂ ਮਾਨਿਓ ਗ੍ਰੰਥ ਆਗਿਆ ਪਈ 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 ਹੈ ਅਕਾਲ ਕੀ। ਆਗਿਆ
ਆਗਿਆ ਭਾਈ ਅਕਾਲ ਕੀ। आज्ञा भाई अकाल की गुरु मान्यो सब सिखन को हुक्म है। आज्ञा भाई अकाल की तब चलायो पंथ सब सिखन को हुक्म है। सब सिखन को हुक्म है गुरु मान्यो गुरु ग्रंथ जी मान्यो। गुरु ग्रंथ जी मान्यो प्रगट गुरा की दे जो प्रभ को मिल बोझ है। जो प्रभ को मिल बोझ है जो प्रभ को मिल बोझ है बोझ शब्द मौले आज्ञा भाई अकाल की। आज्ञा कहिए हुक्म अकाल परमेश्वर। कलगी वाले पातशाह कहंदे खालसा जी परमेश्वर दा हुक्म है भी खालसे नूं शब्द रूप जागत जोत नाल जोड़ दिओ। आखो सतनाम श्री वाहिगुरू। सिखां ने पुछया महाराज इहदे विच की राज है की भेद है। पहले गुरु साहिबान शरीर नाल जोड़ते रहे पहले तो दूजा शरीर दूजे तो तीजा शरीर ते आप जियां ने गुरु ग्रंथ साहब महाराज वाल इशारा किया की भेद है। कलगी वाले पातशाह कहंदे भाई शरीर दे विच कई कमजोरियां हुंदियां ने कई नुक्श हुंदे ने। एक तां इह भी जदों साडे पिता गुरु जी नूं बाबा बसा ग्राम बकाले गुरु हरकृष्ण साहब महाराज जी इशारा करके भी 9वें सतगुरु बकाला साहब की धरती ते कहंदे उत्थे फिर 22 मंजियां लग गईयां बनौटी गुरु बन के बैठ गए। संगतां भुलेखे विच पै गईयां भी असली किहड़ा नकली किहड़ा। चलो वो तां साध संगत मक्खण शाह लुबाणे ते बख्शिश हो गई भी उन्होंने गुरु साहब नूं अरदासां बेनतियां कीतियां सी उन्होंने प्रगट किया ते जे किते मक्खण शाह लुबाणा ना जांदा तां संगतां तां फस गईयां सी ना। इस करके असीं इह भरम विच खालसे नूं नहीं पैण देना। दूसरी गल भी शरीर है जिहड़ा ना ये जिहड़ा सदा रह नहीं सकता। अकाल पुरख दे हुक्म विच आउंदा है घल्ले आवह नानका सद्धे उठी जाहे। हुक्म दे विच ही इहनूं जाना पैंदा है शरीर नूं ते शरीर जदों जांदा है उदों विछोड़ा हुंदा है। सचमुच जदों जदों गुरु साहब ये संसार तो गए जदों इतिहास पढ़ते हैं संगतां व्याकुल हो जांदियां। इन्ना विराग हुंदा इन्ना ज़्यादा फिर सतगुर जी भाणे नूं मनना बाबा बुढ़ा साहब वर्गे जां अगले गुरु साहिबान संगतां नूं धरवास दिंदे भाई शरीर ने रहना नहीं रुदल ना करो शब्द नाल जुड़ो बाणी नाल जुड़ो। देह अनित ना नित्र है जस नाव चढ़ा भव सागर तार है। देह ने नित रहना नहीं शरीर ने एक दिन बिनस जाना है। संजोग विजोग धुरों ही हुआ ये तो संजोगां विजोगां की खेड है चल रहा सब कुछ। तो उस वेले दूसरी गल ये भी खालसे नूं असीं उस गुरु नाल जोड़ते हाँ जिहदा प्रकाश दिवस होवेगा कदे भी अंतिम अरदास नहीं होवेगी सिखां दे गुरु दी। ऐसे गुरु नाल जोड़िया ते आपां गुरु ग्रंथ साहब दा प्रकाश दिवस मनाउने आ। ज्योति जोत दिवस नहीं कदे होवेगा गुरु ग्रंथ साहब दा प्रकाश दिवस ही रहेगा हमेशा भी कदे खालसे नूं विछोड़ा झलना ही ना पवे। तां तीसरी गल भी शब्द नाल जुड़ना शरीर नाल नहीं जुड़ना। महाराज जी कहंदे खालसे ने जागत जोत नाल जुड़ना है। सो उहदे करके सानू सुरत करके जाके संगते विछरा ताही के संग लाग। जिस वाहिगुरू दे नालों विछोड़ा है आत्मा दा सिखा वो फिर तैनू शब्द नाल जुड़ना पैना है वाहिगुरू जपना पैना है धन गुरु नानक जपना पैना है। उस गुरु दे नाल अपना रिश्ता नाता जोड़ना पैना है। जे वो ना जोड़िया फिर साध संगत गुरु अर्जन देव साहब महाराज सतगुरु सच्चे पातशाह श्री अमृतसर साहब की धरती नूं भाग ला रहे ने
सेवा चल रही है, सरोवर की इमारतों की सेवा चल रही है, सेवा ते सिमरन का कुंभ चल रहा है। बेअंत संगतां महाराज की हजूरी विच बैठ के पहलां हत्थीं किरत करदियां, सेवा करदियां ते फिर सतगुरां दे पावन बचन सरवण करदियां संगतां। कथा चल रही सी गुरु अर्जन देव साहब महाराज जियां दे मुखार बिंद तो, ते संगतां हंस बन के वो मोती चुग रही सी, नाम रूपी शब्द रूपी मोती चुग के अपने स्वासां नूं सफले बना रहे सी। तां उत्थे साध संगत महाराज जी ने विचार चलाई, कहंदे भाई दो प्रीतां ने, प्रीत कहिए प्यार कहिए, दो प्यार ने संसार ते, एक बनावटी है एक असली है। एक कह लो झूठा प्यार है, एक सच्चा प्यार है। वेखो गुरबाणी विच बार बार ये बचन आउंदे ने, इहदा सानूं निर्णय करना चाहिए भी आपां किहड़ा प्यार कर रहे हैं। एक प्यार थाएं पैंदा प्रमाण हुंदा है, एक प्यार करके बंदा सज़ा दा भागी बनता है। वो किहड़ा प्यार है जिहड़ा प्रमाण हुंदा है, वो किहड़ा प्यार है जिहदे करके सज़ा दा भागी बनीदा है। सुनो महाराज जी गुरु अमरदास महाराज जी कहंदे हुण जे धीआं पुत्रां वाला प्यार, पति पत्नी वाला प्यार, दोस्तां मित्रां वाला प्यार असली प्यार होवे तां आ गुरबाणी दा जवाब अपने अंदरों मंगिओ, जां जितनी कोई बख्शिश महाराज दी तां दास उहदा निर्णय करेगा। गुरु अमरदास महाराज जी कहंदे साची लिवै बिन देह निमाणी। हुण इत्थे ध्यान खिंचिया जांदा है भी साची लिवै बिन देह निमाणी। देह कहिए अपना शरीर, ये निमाणा है। जे हुण ये साडियां धीआं पुत्रां वालियां जमीनां जायदादां वाली प्रीत लिव, लिव कहिए प्यार प्रीत, भी जे ये लिव सच्ची हुंदी फिर तां आपां निमाणिਆਂ विच आउंदे नहीं सी। महाराज कहंदे सच्ची है ही नहीं। ये तो संसार ते रहन वास्ते आपां नूं आसरे दिते सी महाराज ने, जिवें पंछी नूं रहन वास्ते आलना ते उवें अपने रहन वास्ते किसी दा कच्चा किसी दा पक्का किसी दा महल उस तरह आसरे दिते हुए ने। साची लिवै बिन देह निमाणी, देह निमाणी लिवै बाझों क्या करे बेचारिया। तुद बाझ समरथ कोय नाही, कृपा कर बनवारिया। इस ना होर थाओ नाही, शब्द लाग सवारिया। शब्द तो बगैर समरदियो नहीं। कहे नानक लिवै बाझों क्या करे बेचारिया। वाहिगुरु दे प्यार तो बिना कहंदे बेचारी किस काम दी है, की करे ये देही किस काम दी है। जे धीआं पुत्रां वालियां प्रीतां सच्चियां हुंदियां तां भगत रविदास जी की धीआं पुत्रां नूं प्यार नहीं सी करदे? कि भगत रविदास जी अपने माँ प्यो नूं प्यार नहीं सी करदे? करदे सी ना। फिर भगत जियां दा बचन है, जदों वो अख खुली, जदों अज्ञानता दा हनेरा मिट गया, ज्ञान प्रकाश होया, ते उस वेले बचन कहा साची प्रीत हम तुम स्यों जोरी, तुम स्यों जोर अबर संग तोरी। कहंदे अज सच्ची प्रीत दा पता लग्या। वो प्रीत किहड़ी है? गुरु तेग बहादुर महाराज जी कहंदे इन्हां प्रीतां दे विच तू खचत नहीं होना बंदिया। प्रीत ओ कर रे मन, राम स्यों कर प्रीत। आ प्रीत दसी है महाराज ने सानू। राम कहिए इत्थे राम अर्थ है भगवान, परमात्मा, परमेश्वर, रब। रब नूं प्यार करना सच्ची प्रीत है। सो वो आपां कदों करांगे? जे आपां कर रहे हैं, जे कर रहे हैं तो वडभागे हैं, जे नहीं कीता तो कर लेना चाहिए। जे अज तक सोच ही नहीं ये आई भी आपां कोई परमात्मा नूं प्यार करना है, क्योंकि सब कुछ ही दिता, सब कुछ ही दे रहे है, तो वह दद्दा दाता एक है, सब को देवनहार। वो दाते तो बिना दूजा कोई है नहीं। भंडारियां दा मालक है वो वाहिगुरू। उही दाता अपने तक पहुँचा रहा है, पत्थर दे विच कीड़ियां नूं भी पहुँचा रहा ते आपां नूं भी दे रहा सब कुछ। सो उस दाते नूं प्यार करना। तो गुरु अर्जन देव साहब महाराज जी ने कथा करदे आ बचन पढ़ दिता। सुनो प्रेम नाल की पढ़िया सी। सोई है बड़ा जी ने राम लेव, सोई है बड़ा भाई जी ने राम लेव लाई है। कोई है बड़ा जी ने राम लेव लाई है। कोई है बड़ा जी ने राम लेव लाई है। कोई है बड़ा जी ने राम लेव लाई है। कोई है बड़ा जी ने राम लेव लाई है। वो सोई है बड़ा जी ने राम लेव लाई है। सोई है
ਵੱਡਾ ਬਈ ਜੀ ਨੇ ਰਾਮ ਲੈ ਬੁਲਾਈ ਕੋਈ ਹੈ ਵੱਡਾ 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 ਜੀ ਨੇ ਰਾਮ ਲੈ ਬੁਲਾਈ 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 ਓ ਰਾਮ ਲੈ ਬੁਲਾਈ 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 ਕੋਈ ਹੈ ਵੱਡਾ ਬਈ ਜੀ ਨੇ ਰਾਮ ਲੈ ਬੁਲਾਈ ਕੋਈ ਹੈ ਵੱਡਾ ਜੀ ਨੇ ਰਾਮ ਲੈ ਬੁਲਾਈ ਹੈ ਵੱਡਾ ਜੀ ਨੇ ਰਾਮ ਲੈ ਬੁਲਾਈ ਕੋਈ ਹੈ ਵੱਡਾ ਜੀ ਨੇ ਰਾਮ ਲੈ ਬੁਲਾਈ ਕੋਈ ਹੈ ਵੱਡਾ ਜੀ ਨੇ ਰਾਮ ਲੈ ਬੁਲਾਈ ਕੋਈ ਹੈ ਵੱਡਾ ਜੀ ਨੇ ਰਾਮ ਲੈ ਬੁਲਾਈ ਕੌਣ ਵੱਡਾ ਮਾਇਆ ਵਡਿਆਈ ਮਹਾਰਾਜ ਜੀ ਕਹਿੰਦੇ ਸੋ ਵੱਡਾ ਜਿਨ ਰਾਮ ਲੈ ਬੁਲਾਈ ਪਾਤਸ਼ਾਹ ਨੇ ਅਰਥ ਕਰਕੇ ਦੱਸਿਆ ਕਹਿੰਦੇ ਸੰਸਾਰੀ ਨਜ਼ਰ ਵਿੱਚ ਉਹ ਲੋਕ ਵੱਡੇ ਨੇ ਜਿਨ੍ਹਾਂ ਦੇ ਕੋਲ ਬਹੁਤਾ ਧਨ ਪਦਾਰਥ ਹੈ ਬਹੁਤੀਆਂ ਜਾਇਦਾਦਾਂ ਵੱਡੇ ਅਹੁਦਿਆਂ ਦੇ ਮਾਲਕ ਇਹ ਸੰਸਾਰੀ ਨਜ਼ਰ ਵਿੱਚ ਸੰਸਾਰੀ ਲੋਕਾਂ ਵਾਸਤੇ ਵੱਡੇ ਨੇ ਪਰ ਗੁਰੂ ਦੀ ਨਜ਼ਰ ਵਿੱਚ ਮਹਾਰਾਜ ਜੀ ਕਹਿੰਦੇ ਸੋ ਵੱਡਾ ਜਿਨ ਰਾਮ ਲੈ ਬੁਲਾਈ ਹੁਣ ਵੇਖੋ ਇਸ ਗੱਲ ਨੂੰ ਸਮਝਣਾ ਪਵੇਗਾ ਉਸ ਤਰ੍ਹਾਂ ਨਹੀਂ ਜੇ ਹੁਣ ਆਪਾਂ ਸਿੱਧਾ ਇੱਥੋਂ ਕਹਿ ਦਈਏ ਨਾ ਬਈ ਜੀ ਨਾਮ ਜਪਣ ਵਾਲੇ ਵੱਡੇ ਨੇ ਬਾਣੀ ਪੜ੍ਹਨ ਵਾਲੇ ਵੱਡੇ ਨੇ ਹੁਣ ਦੂਸਰੇ ਦਾ ਸ਼ੰਕਾ ਨਿਵਰਤ ਨਹੀਂ ਹੋਣਾ ਵੀ ਦੱਸੋ ਕਿਵੇਂ ਵੱਡੇ ਨੇ ਸਾਡੇ ਨਾਲੋਂ ਵੱਡੇ ਕਿਵੇਂ ਹੋਏ ਉਹ ਕਿਸ ਗੱਲ ਨੂੰ ਤੁਸੀਂ ਮੁੱਖ ਰੱਖ ਕੇ ਕਹਿ ਰਹੇ ਹੋ ਹੁਣ ਸੁਣੋ ਪ੍ਰੇਮ ਨਾਲ ਮਹਾਰਾਜ ਜੀ ਕਹਿੰਦੇ ਸੋ ਵੱਡਾ ਜਿਨ ਰਾਮ ਲੈ ਬੁਲਾਈ ਜਿਹਨੇ ਰਾਮ ਦੇ ਨਾਲ ਰਾਮ ਕਹੀਏ ਰੱਬ ਪਰਮਾਤਮਾ ਨਾਲ ਲਿਵ ਜੋੜੀ ਹੈ ਸੁਰਤ ਜੋੜੀ ਹੈ ਉਹ ਵੱਡਾ ਹੈ ਕਿਉਂ ਵੱਡਾ ਹੈ ਜਦੋਂ ਸੰਗਤ ਦੀ ਸਮਾਪਤੀ ਹੋਈ ਇੱਕ ਸ਼ੰਕਾਵਾਦੀ ਕੁਐਸਚਨ ਲੈ ਕੇ ਪਾਤਸ਼ਾਹ ਦੇ ਕੋਲ ਆ ਗਿਆ ਸ਼ੰਕਾ ਲੈ ਕੇ ਆ ਗਿਆ ਗੁਰੂ ਅਰਜਨ ਦੇਵ ਸਮਰਾ ਅੰਤਰਜਾਮੀ ਸਤਿਗੁਰੂ ਸਿੱਖਾ ਦੱਸ ਕਹਿਣਾ ਚਾਹੁੰਦਾ ਕੁਛ ਹਾਂ ਮਹਾਰਾਜ ਮੈਂ ਕੁਝ ਕਹਿਣਾ ਚਾਹੁੰਦਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਬੇਝਿਜਕ ਹੋ ਕੇ ਕਹੋ ਸਿੱਖ ਕੀ ਤੇ ਗੁਰੂ ਕੀ ਜੇ ਗੁਰੂ ਨੇ ਸਿੱਖ ਦਾ ਸ਼ੰਕਾ ਨਾ ਚੱਕਿਆ ਉਹ ਟੀਚਰ ਕੀ ਜੇ ਬੱਚੇ ਦਾ ਸਵਾਲ ਹੱਲ ਨਾ ਕੀਤਾ ਉਹ ਗੁਰੂ ਕੀ ਜੇ ਸਿੱਖ ਦਾ ਸ਼ੰਕਾ ਦੂਰ ਨਾ ਕੀਤਾ ਮਹਾਰਾਜ ਕਹਿੰਦੇ ਬੇਝਿਜਕ ਹੋ ਕੇ ਕਹੇ ਸੰਗਣ ਦੀ ਲੋੜ ਨਹੀਂ ਸੱਚੇ ਪਾਤਸ਼ਾਹ ਆਪ ਜੀਆਂ ਨੇ ਆਖਿਆ ਵੀ ਉਹ ਲੋਕ ਵੱਡੇ ਨੇ ਜਿਨ੍ਹਾਂ ਨੇ ਰਾਮ ਦੇ ਨਾਲ ਲਿਵ ਜੋੜੀ ਹੈ ਮੈਨੂੰ ਨਿਰਣਾ ਕਰਕੇ ਦੱਸੋ ਸਮਝਾਓ ਉਹ ਕਿਵੇਂ ਵੱਡੇ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਭਾਈ ਜਿਨ੍ਹਾਂ ਨੇ ਲਿਵ ਜੋੜੀ ਹੈ ਉਹਨਾਂ ਨੂੰ ਕਹਿੰਦੇ ਗੁਰਮੁਖ ਜਿਨ੍ਹਾਂ ਨੇ ਨਹੀਂ ਜੋੜੀ ਉਹਨੂੰ ਗੁਰਬਾਣੀ ਵਿੱਚ ਨਾਮ ਆਉਂਦਾ ਮਨਮੁਖ ਕਹੀਏ ਜਿਹੜਾ ਸਾਰੀ ਜ਼ਿੰਦਗੀ ਮਨ ਦੇ ਪਿੱਛੇ ਚੱਲਿਆ ਮਨ ਨੇ ਆਖਿਆ ਭੁੱਕੀ ਦਾ ਚਮਚਾ ਲਾ ਲੈ ਖਾ ਗਿਆ ਮਨ ਨੇ ਆਖਿਆ ਸ਼ਰਾਬ ਵਾਲੇ ਠੇਕੇ ਤੇ ਚੱਲ ਤੇ ਚਲਿਆ ਗਿਆ ਮਨ ਨੇ ਆਖਿਆ ਵੀ ਚੱਲ ਬੁਰੇ ਪਾਸੇ ਮਨ ਦੇ ਪਿੱਛੇ ਲੱਗ ਕੇ ਬੁਰੇ ਪਾਸੇ ਤੁਰ ਗਿਆ ਤੇ ਮਨ ਨੇ ਆਖਿਆ ਵੀ ਵਿਸ਼ੇ ਵਿਕਾਰਾਂ ਦੇ ਖੂਹ 'ਚ ਡਿੱਗ ਗਿਆ ਤੇ ਇੱਧਰ ਜਦੋਂ ਗੁਰੂ ਨੇ ਆਖਿਆ ਵੀ ਸਿੱਖਾ ਠੇਕੇ ਨਹੀਂ ਜਾਣਾ ਜੇ ਸਿੱਖ ਬਣ ਕੇ ਕੋਈ ਠੇਕੇ ਜਾਂਦਾ ਲਾਹਣ ਤਾਂ ਨਹੀਂ ਜਾਣਾ ਚਾਹੀਦਾ ਮਾੜੀ ਗੱਲ ਹੈ ਪਰ ਜਿਹੜੇ ਗੁਰਮੁਖ ਦੀ ਆਪਾਂ ਵਿਚਾਰ ਕਰ ਰਹੇ ਹਾਂ ਜੇ ਗੁਰਮੁਖ ਨੂੰ ਮਨ ਨੇ ਆਖਿਆ ਵੀ ਠੇਕੇ ਜਾਣਾ ਉਹ ਕਹਿੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਨਹੀਂ ਜਾਣਾ ਉਹ ਨਹੀਂ ਜਾਂਦਾ ਜੇ ਆਖਿਆ ਮਨ ਨੇ ਵੀ ਠੱਗੀ ਮਾਰ ਲੈ ਉਹਦੇ ਹੱਥ ਠੱਗੀ ਮਾਰਨ ਨੂੰ ਤਿਆਰ ਨਹੀਂ ਉਹ ਕਹਿੰਦਾ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਠੱਗੀ ਨਹੀਂ ਮਾਰਨੀ ਉਹ ਨਹੀਂ ਮਾਰਦਾ ਤੇ ਇਸ ਤਰ੍ਹਾਂ ਉਹਨੂੰ ਗੁਰਮੁਖ ਕਹਿੰਦੇ ਨੇ ਜਿਹੜਾ ਗੁਰੂ ਦੀ ਆਗਿਆ ਵਿੱਚ ਰਹਿੰਦਾ ਕਹਿੰਦੇ ਸਿੱਖਾ ਜਿਹੜਾ ਰਾਮ ਨਾਲ ਲਿਵ ਜੋੜਦਾ ਨਾ ਉਹ ਭਾਣੇ ਵਿੱਚ ਆ ਜਾਂਦਾ ਉਹ ਹੁਕਮ ਵਿੱਚ ਆ ਜਾਂਦਾ ਉਹ ਰਜ਼ਾ ਵਿੱਚ ਆ ਜਾਂਦਾ ਪਹਿਲਾਂ ਸਮਝਾਉਂਦੇ ਨੇ ਅੱਗੇ ਯਾਦ ਰੱਖਣਾ ਇਹਨਾਂ ਬਚਨਾਂ ਨੂੰ ਉਹ ਭਾਵੇਂ ਗਰੀਬੀ ਵਿੱਚ ਹੈ ਭਾਵੇਂ ਅਮੀਰੀ ਵਿੱਚ ਹੈ ਭਾਵੇਂ ਉਹਨੂੰ ਨਫਾ ਹੈ ਭਾਵੇਂ ਉਹਨੂੰ ਨੁਕਸਾਨ ਹੈ ਭਾਵੇਂ ਉਹਦੇ ਘਰੇ ਮੌਤ ਹੋਈ ਪਈ ਹੈ ਭਾਵੇਂ ਉਹਦੇ ਘਰ ਬੱਚੇ ਦਾ ਵਿਆਹ ਹੈ ਭਾਵੇਂ ਸ਼ਾਦੀ ਭਾਵੇਂ ਗਮੀ ਉਹ ਗੁਰੂ ਤੇ ਗਿਲਾ ਸ਼ਿਕਵਾ ਨਹੀਂ ਕਰਦਾ ਗੁਰੂ ਤੇ ਸ਼ੰਕਾ ਨਹੀਂ ਕਰਦਾ
ਉਹ ਪਰਉਪਕਾਰ ਵਾਸਤੇ ਤਿਆਰ ਰਹਿੰਦਾ ਹੈ, ਉਹ ਹਮੇਸ਼ਾ ਉੱਤਮ ਕਰਮ ਕਰਦਾ, ਉਹ ਹਮੇਸ਼ਾ ਚੰਗਿਆਈ ਸੋਚਦਾ ਹੈ। ਜੇ ਉਹ ਵੱਡਾ ਵੀ ਬਣ ਜਾਵੇ ਨਾ, ਬਹੁਤ ਅਮੀਰ ਬਣ ਜਾਵੇ, ਬਹੁਤ ਵੱਡਾ ਦੁਨੀਆ ਦੀ ਨਜ਼ਰ ਵਿੱਚ ਵੱਡਾ ਬਣ ਜਾਵੇ, ਕਹਿੰਦੇ ਫਿਰ ਉਹਨੂੰ ਝੁਕਣਾ ਆ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਵੱਡਾ ਹੋ ਕੇ ਹੰਕਾਰ ਨਹੀਂ ਕਰਦਾ, ਵੱਡਾ ਹੋ ਕੇ ਉਹ ਕਿਸੇ ਤੇ ਅਤਿਆਚਾਰ ਨਹੀਂ ਕਰਦਾ, ਵੱਡਾ ਹੋ ਕੇ ਉਹ ਕਿਸੇ ਨੂੰ ਗਲਤ ਦੁੱਖ ਨਹੀਂ ਦਿੰਦਾ, ਉਹਨੂੰ ਝੁਕਣਾ ਆ ਜਾਂਦਾ ਹੈ। ਉਹ ਸਿੱਖ ਸਭ ਕੁਝ ਸੁਣੀ ਗਿਆ, ਕਿਉਂਕਿ ਕੋਈ ਸਮਾਂ ਹੁੰਦਾ ਹੈ, ਜਿਵੇਂ ਹੁਣ ਪਹਿਲੀ ਦੇ ਬੱਚੇ ਨੂੰ ਆਪਾਂ 10ਵੀਂ ਦਾ ਸਵਾਲ ਪਾ ਦਈਏ, ਉਹਨੇ ਆਖਣਾ ਵੀ ਤੁਸੀਂ ਮੇਰੇ ਨਾਲ ਇਹ ਮਸ਼ਕਰੀ ਕਰ ਰਹੇ ਹੋ, ਕੀ ਹੈ ਇਹ? ਕਿਉਂਕਿ ਉਹ ਆਪਣੀ ਜਗ੍ਹਾ ਸਹੀ ਹੈ, ਅਜੇ ਉਹਦੀ ਉੱਥੇ ਦੀ ਅਵਸਥਾ ਨਹੀਂ ਬਣੀ, ਉੱਥੇ ਦੀ ਸੋਚ ਨਹੀਂ ਬਣੀ, ਉਹਦੀ ਮੱਤ ਨੇ ਉਹਨਾਂ ਵਿਕਾਸ ਨਹੀਂ ਕੀਤਾ ਵੀ ਉਹ 10ਵੀਂ ਦੇ ਸਵਾਲ ਨੂੰ ਸਮਝ ਜਾਵੇ। ਕਈ ਵਾਰ ਗੁਰਮੱਤ ਦੀਆਂ ਉਹ ਸਟੇਜਾਂ ਨੇ, ਉਹ ਗੱਲਾਂ ਨੇ, ਜਦੋਂ ਜਗਿਆਸੂ ਨੇ ਸਤਸੰਗ ਨਹੀਂ ਕੀਤਾ, ਗੁਰੂ ਦੀ ਬਾਣੀ ਨਾਲ ਜੁੜਿਆ ਨਹੀਂ, ਉਸ ਤਰ੍ਹਾਂ ਉਹ ਬਚਨ ਉਹਦੇ ਤੇ ਓਨਾ ਕੰਮ ਨਹੀਂ ਕਰਦਾ, ਉਹਨੂੰ ਲੱਗਦਾ ਵੀ ਇਹ ਕੀ ਬੋਲੀ ਜਾਂਦੇ ਨੇ, ਇਹ ਤਾਂ ਮੇਰੇ ਤਾਂ ਹਿਸਾਬ ਤੋਂ ਬਾਹਰ ਹੈ ਗੱਲ। ਉਹੀ ਬੱਚਾ ਜਦੋਂ 10ਵੀਂ 'ਚ ਪਹੁੰਚ ਗਿਆ, 10ਵੀਂ 'ਚ ਜਦੋਂ ਪਹੁੰਚ ਗਿਆ, ਜਦੋਂ ਟੀਚਰ ਨੇ ਸਵਾਲ ਕੀਤਾ, ਫੱਟ ਦੇਣੇ ਸਮਝ 'ਚ ਆਜੂ ਵੀ ਹਾਂ ਇਹ ਤਾਂ ਆਹ ਗੱਲ ਹੈ। ਬਸ ਉਵੇਂ ਗੁਰਬਾਣੀ ਦੀ ਗੱਲ ਹੈ, ਗੁਰਬਾਣੀ ਦੀ ਗੱਲ ਉਹ ਤੋਂ ਕਿਤੇ ਮਹਿੰਗੀ ਹੈ, ਕਿਤੇ ਭਾਰੀ ਹੈ। ਤੇ ਸਾਧ ਸੰਗਤ ਤਾਂ ਫਿਰ ਉਹ ਕਹਿਣ ਲੱਗਿਆ, ਮਹਾਰਾਜ ਮੇਰੇ ਸਮਝ ਤੋਂ ਬਾਹਰ ਹੈ ਗੱਲ। ਜੇ ਕੋਈ ਬੰਦਾ ਬਹੁਤ ਗਰੀਬ ਹੋਵੇ, ਉਹਨੇ ਰਾਮ ਨਾਲ ਲਿਵ ਜੋੜੀ ਹੈ ਪ੍ਰਮਾਤਮਾ ਨਾਲ, ਤੇ ਉਹ ਤੇ ਕੋਈ ਦੁੱਖ ਸੁੱਖ ਪੈ ਗਿਆ, ਕੁਛ ਵੀ ਜ਼ਿੰਦਗੀ ਵਿੱਚ ਹੋ ਗਿਆ, ਉਹ ਵੀ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਹਾਂ ਉਹ ਵੀ ਇਸੇ ਤਰ੍ਹਾਂ ਜਿਹੜਾ ਸਹੀ ਹੈ, ਗੁਰਸਿੱਖ ਬਣ ਗਿਆ ਸੱਚਮੁੱਚ, ਉਹ ਪਿੱਛੇ ਨਹੀਂ ਹਟਦਾ। ਕਹਿੰਦਾ ਮਹਾਰਾਜ ਫਿਰ ਮੈਨੂੰ ਇਹੋ ਜਿਹੇ ਦਰਸ਼ਨ ਕਰਾ ਦਿਓ ਕਿਸੇ ਦੇ, ਮੇਰਾ ਤਾਂ ਸ਼ੰਕਾ ਨਿਵਰਤ ਨਹੀਂ ਹੋਇਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਿਰ ਨਗਰ ਦਾ ਨਾਂ ਲੈਤਾ ਵੀ ਇੱਥੋਂ ਇੰਨੇ ਕੋਹ ਤੇ ਫਲਾਣਾ ਪਿੰਡ ਹੈ, ਜਾਂ ਫਿਰ ਉੱਥੇ ਖੇਤੀ ਕਰਨ ਵਾਲਾ ਮੇਰਾ ਜ਼ਿਮੀਂਦਾਰ ਸਿੱਖ ਹੈ ਇੱਕ, ਆ ਮੇਰੀ ਪੱਤਰਕਾ ਲੈ ਜਾ ਉਹਦੇ ਕੋਲੇ, ਤੇ ਜਾ ਤੂੰ ਪੜ੍ਹਨੀ ਨਹੀਂ ਇਹ ਪੱਤਰਕਾ, ਜਾ ਕੇ ਉਹਨੂੰ ਦਿਖਾਉਣੀ ਹੈ ਇਹ ਬਚਨ ਮੰਨੀ ਸਾਡਾ। ਕਿਵੇਂ ਉਹ ਵੱਡੇ ਹੁੰਦੇ ਨੇ ਜਿਹੜੇ ਵਾਹਿਗੁਰੂ ਨਾਲ ਲਿਵ ਜੋੜਦੇ ਨੇ, ਆਪਣੀ ਧਰਮ ਦੀ ਕਰਦੇ ਨੇ ਕਿਰਤ, ਸੱਚ ਦੀ ਕਰਦੇ ਨੇ ਕਿਰਤ। ਤਾਂ ਉਹ ਸ਼ੰਕਾਵਾਦੀ ਸਿੱਖ ਗੁਰੂ ਤੋਂ ਆਗਿਆ ਲੈ ਕੇ ਉਸ ਨਗਰ ਪਹੁੰਚਦਾ ਹੈ। ਸ਼ਾਮ ਦਾ ਵੇਲਾ, ਅੱਗੇ ਉਸ ਸਿੱਖ ਦਾ ਪਰਿਵਾਰ ਕੀ ਸੀ, ਉਹਦੀ ਰਹਿਤ ਬਹਿਤ ਕੈਸੀ ਸੀ ਉਹ ਸੁਣੋ। ਉਹਦੇ ਕੱਚੇ ਕੋਠੇ ਸੀ 2, ਆਲੇ ਦੁਆਲੇ ਕੰਡਿਆਂ ਦੀ ਬਾੜ ਕੀਤੀ ਸੀ, ਵੱਡੀ ਵੱਡੀ ਭੜਿਓਂ ਕੀਤੀ ਸੀ ਉੱਚੀ ਉੱਚੀ, ਤੇ ਉਹਦੇ ਤੇ ਆਲਾ ਕੋਟ, ਆਪਾਂ ਉਹ ਜਾਣਦੇ ਹਾਂ ਆਪਾਂ ਪਿੰਡਾਂ ਵਾਲੇ ਸਾਰੇ, ਆਲਾ ਕੋਟ ਲਾਇਆ ਸੀ, ਲੱਕੜਾਂ ਦਾ ਗੇਟ ਬਣਾਇਆ ਸੀ, ਇਉਂ ਲੱਕੜਾਂ ਲਾ ਕੇ ਬਸ ਉਹ ਜਦੋਂ ਖੇਤੋਂ ਆਉਣਾ ਤੇ ਉਹ ਲੱਕੜਾਂ ਪਰੇ ਕਰਨੀਆਂ, ਗੇਟ ਲੱਕੜਾਂ ਦਾ, ਤੇ ਬਲਦਾਂ ਨੂੰ ਅੰਦਰ ਕਰ ਲੈਣਾ। ਇੱਕ ਉਹਦੇ ਘਰ ਵਾਲੀ ਸੀ, ਇੱਕ ਉਹਦੀ ਬੇਟੀ ਸੀ, 3 ਜਣੇ ਸੀ ਪਰਿਵਾਰ ਦੇ। ਇਹ ਇਤਿਹਾਸ ਵਿੱਚ ਜ਼ਿਕਰ ਆਉਂਦਾ ਉਹਨਾਂ ਦਾ। ਤਾਂ ਘਰ ਦੇ ਵਿੱਚ ਬੜੀ ਗਰੀਬੀ ਸੀ, ਹਿਰਦੇ ਦੀ ਨਿਮਰਤਾ ਸੀ, ਪਰਉਪਕਾਰੀ ਸੀ, ਚੰਗੇ ਸੁਭਾਅ ਦੇ ਸੀ ਤਿੰਨੋਂ, ਗੁਰੂ ਦੇ ਕੋਲੋਂ ਸਿੱਖੀ ਲਈ ਹੋਈ ਸੀ, ਬਹੁਤ ਪਿਆਰ ਵਾਲੇ, ਹਰ ਵੇਲੇ ਗੁਰੂ ਗੁਰੂ ਜਪਣ ਵਾਲੇ, ਭਾਣੇ ਵਿੱਚ ਰਹਿਣ ਵਾਲੇ। ਤੇ ਸਾਧ ਸੰਗਤ ਉਹ ਜਦੋਂ ਪੱਤਰਕਾ ਲੈ ਕੇ ਸਿੱਖ ਸ਼ਾਮ ਦੇ ਵੇਲੇ ਪਹੁੰਚਿਆ, ਸ਼ਾਮ ਦੇ ਵੇਲੇ ਪਹੁੰਚਿਆ ਤਾਂ ਇੱਧਰੋਂ ਇਹ ਸਿੱਖ ਦਾ ਪਹੁੰਚਣਾ ਹੋਇਆ, ਤੇ ਉਧਰੋਂ ਉਹ ਜਿਹੜਾ ਸੀ ਗੁਰੂ ਦਾ ਸਿੱਖ ਹਲ ਵਾਹ ਕੇ ਆਇਆ ਸੀ। ਹੁਣ ਜਦੋਂ ਆਪਾਂ ਹਲ ਵਾਹ ਕੇ ਆਉਂਦੇ ਹਾਂ ਤੇ ਉਦੋਂ ਇਸੇ ਤਰ੍ਹਾਂ ਹੀ ਹੁੰਦਾ ਸੀ ਨਾ, ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਹਲ ਵਾਹੇ ਨੇ, ਤੇ ਉਦੋਂ ਆਪਣੇ ਗੋਡਿਆਂ ਤੱਕ ਮਿੱਟੀ ਦੇ ਨਾਲ ਆਪਣੀਆਂ ਲੱਤਾਂ ਨੇ ਬਿਲਕੁਲ ਲੁਕ ਜਾਣਾ ਮਿੱਟੀ ਦੇ ਵਿੱਚ, ਤੇ ਪਸੀਨਾ ਆ ਕੇ ਉਹ ਇੱਕ ਚਿੱਕੜ ਜਿਹਾ ਬਣ ਜਾਂਦਾ ਸੀ। ਤੇ ਇੱਕ ਇਹ ਵੀ ਹੁੰਦਾ ਸੀ ਵੀ ਅੱਜ ਕੱਲ੍ਹ ਦੇ ਜਿਹੜੇ ਸਮੇਂ ਨੇ ਉਹ ਚੇਂਜ ਹੋ ਗਏ, ਬਦਲ ਗਏ, ਪਰ ਜਿਹੜੇ ਪੁਰਾਤਨ ਬਜ਼ੁਰਗ ਦਾਸ ਨੇ ਵੀ ਤੁਹਾਡੀ ਕਿਰਪਾ ਨਾਲ 5-6 ਸਾਲ ਇੰਨਾ ਕੁ ਹਲ ਵਾਹਿਆ। ਉਦੋਂ ਇਹ ਹੁੰਦਾ ਸੀ ਵੀ ਕੋਈ ਜ਼ਿਮੀਂਦਾਰ ਖੇਤ ਜਿੰਨਾ ਮਰਜ਼ੀ ਪਾਣੀ ਚੱਲਦਾ ਹੈ, ਉੱਥੇ ਉਹ ਪੈਰ ਨਹੀਂ ਸੀ ਧੋਂਦਾ। ਸਵੇਰੇ ਕੰਮ ਕਰਕੇ ਇਹ ਨਹੀਂ ਸੀ ਵੀ ਸ਼ਾਮ ਨੂੰ ਉਹ ਕੱਪੜੇ ਚੇਂਜ ਕਰਕੇ ਵੀ ਉੱਥੇ ਚੰਗੀ ਤਰ੍ਹਾਂ ਕੰਮ ਵਾਲੇ ਕੱਪੜੇ ਬਦਲਾ ਦੇਵੇ, ਜਾਂ ਪੈਰ ਧੋ ਕੇ ਹੱਥ ਧੋ ਕੇ ਫੇਰ ਘਰੇ ਆਵੇ, ਨਹੀਂ, ਉਹ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਉਵੇਂ ਲਿਬੜਿਆ ਤਿਬੜਿਆ ਆਪਣੇ ਘਰ ਪਹੁੰਚਿਆ ਕਰਦਾ, ਕਦੇ ਖੇਤ ਪੈਰ ਨਹੀਂ ਸੀ ਧੋਂਦਾ। ਅੱਜ ਕੱਲ੍ਹ ਚੇਂਜ ਹੈ ਗੱਲ ਸਾਰੀ, ਅੱਜ ਕੱਲ੍ਹ ਉਹ ਮਰਜ਼ਾਦਾ ਨਹੀਂ ਰਹੀ ਜਿਹੜੀ ਪਹਿਲਾਂ ਆਪਣੇ ਕਿਸਾਨਾਂ ਦੇ ਕੋਲ ਖੇਤਾਂ ਦੇ ਵਿੱਚ ਹੁੰਦੀ ਨਾ, ਉਹ ਸਾਰੀ ਚੇਂਜ ਹੋ ਗਈ ਹੈ, ਬਦਲ ਗਈ ਹੈ। ਅੱਜ ਕੱਲ੍ਹ ਤਾਂ ਬੱਚੇ ਘਰੋਂ ਚੰਗੇ ਸ਼ੂਟ ਪਾ ਕੇ ਜਾਂਦੇ ਨੇ, ਉੱਥੇ ਕੋਠੇ ਦੇ ਵਿੱਚ ਰੱਖੇ ਹੁੰਦੇ ਨੇ ਕੰਮ ਵਾਲੇ ਕੱਪੜੇ, ਤੇ ਉਹਨਾਂ ਨੂੰ ਜਾ ਕੇ ਉੱਥੇ ਚੇਂਜ ਕਰਦੇ ਨੇ। ਤਾਦਕ ਗੱਲਾਂ ਅਸੀਂ ਆ ਹੁਣੀ ਬੈਠੇ ਆਪਣੀ ਰਿਸ਼ਤੇਦਾਰੀ ਦੇ ਵਿੱਚ, ਤੇ ਉੱਥੇ ਬੈਠਿਆਂ ਇਹ ਗੱਲ ਚੱਲ ਪਈ। ਉਹ ਸਾਡਾ ਰਿਸ਼ਤੇਦਾਰ ਬੇਟਿਆਂ ਦੀ ਥਾਂ, ਤੇ ਉਹ ਜਦੋਂ ਆਇਆ ਨਾ ਬੈਠਾ, ਉਹਨੇ ਜਰਾਬਾਂ ਪਾਈਆਂ ਹੋਈਆਂ। ਮੈਂ ਪੁੱਛ ਲਿਆ, ਵੈਸੇ ਪੁੱਛਿਆ ਵੀ ਕੀ ਗੱਲ ਹੈ, ਜਰਾਬਾਂ ਕਿਵੇਂ ਲਿਬੜੀਆਂ ਜਾਂ ਕਿੱਥੋਂ ਆਇਆ? ਕਹਿੰਦਾ ਜੀ ਖਾਲ ਘੜ ਕੇ ਆਇਆ। ਮੈਂ ਜਰਾਬਾਂ ਪਾ ਕੇ?
ਕਹਿੰਦਾ ਜੀ ਹਾਂ। ਮੈਂ ਫਿਰ ਤੇਰੀ ਅਜੇ ਕਿਸਾਨੀ ਵਾਲੀ ਗੱਲ ਹੈ ਨਹੀਂ, ਤੇ ਇੱਥੋਂ ਖੱਬਲ ਤਾਂ ਨਹੀਂ ਡਰਿਆ ਹੋਣਾ। ਖੱਬਲ ਤਾਂ ਫਿੱਡੇ ਛਿੱਤਰਾਂ ਤੋਂ ਡਰਦਾ, ਜਰਾਬਾਂ ਨਾਲ ਨਹੀਂ ਡਰਦਾ ਇਹ। ਸੋ ਇਹ ਪੁਰਾਤਨ ਕਮਾਈਆਂ ਜਿਹੜੀਆਂ ਉਹ ਥੋੜ੍ਹਾ ਜਿਹਾ ਸਖਤ ਹੁੰਦੀਆਂ ਸੀ, ਮਿਹਨਤਾਂ ਤਕੜੀਆਂ ਹੁੰਦੀਆਂ ਸੀ ਬਜ਼ੁਰਗਾਂ ਦੀਆਂ। ਤਾਂ ਉਹ ਫਿਰ ਇਸ ਤਰ੍ਹਾਂ ਸਾਧ ਸੰਗਤ ਬਜ਼ੁਰਗ ਜਿਹੜੇ ਸੀ ਨਾ, ਉਹ 10 ਨੋਹਾਂ ਦੀ ਕਿਰਤ ਕਰਕੇ ਹਲ ਵਾਹ ਕੇ ਆ ਕੇ ਇਸ ਤਰ੍ਹਾਂ ਗੁਜ਼ਾਰਾ ਕਰਦੇ। ਬੜੀਆਂ ਕਮਾਲ ਦੀਆਂ ਕਿਰਤਾਂ ਸੀ, ਸਵਾਦ ਆਉਂਦਾ ਸੀ। ਅੱਜ ਤੋਂ ਜੇ 30 ਸਾਲ ਪਿੱਛੇ ਜੇ ਜਾਈਏ ਨਾ, ਸੱਚ ਵੀ ਜਿਹੜਾ ਸੀ ਚਮਕਦਾ ਸੀ, ਤੇ ਇਮਾਨਦਾਰੀ ਵੀ ਚਮਕਦੀ ਸੀ, ਇੱਕ ਦੂਜੇ ਦੇ ਦੁੱਖਾਂ ਦੇ ਸੀਰੀ ਵੀ ਚਮਕਦੇ ਸੀ। ਅੱਜ ਕੱਲ੍ਹ ਦਾ ਜ਼ਮਾਨਾ ਚੇਂਜ ਹੋ ਗਿਆ, ਆਪਣੇ ਗੇਟ ਤੋਂ ਦੂਜੇ ਗੇਟ ਤੇ ਪਤਾ ਨਹੀਂ ਕੀ ਹੋ ਰਿਹਾ ਹੈ। ਇਹ ਪਹਿਲਾਂ ਸ਼ਹਿਰਾਂ ਦੇ ਵਿੱਚ ਹੁੰਦਾ, ਹੁਣ ਇਹ ਪਿੰਡਾਂ 'ਚ ਵੀ ਐਂਟਰ ਕਰੀ ਜਾਂਦਾ ਹੈ। ਵੈਸੇ ਇੱਕ ਦੂਜੇ ਦਾ ਦੁੱਖ ਵੰਡਾਉਣਾ, ਦਰਦ ਵੰਡਾਉਣਾ, ਇਹ ਤਾਂ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ। ਇਹ ਤਾਂ ਛੱਡਿਓ ਨਾ, ਇਸ ਜਿਹੜੀ ਆਪਣੀ ਚਾਲੀ ਹੈ ਨਾ, ਇਹਨੂੰ ਛੱਡਣਾ ਨਹੀਂ ਚਾਹੀਦਾ। ਸੋ ਬੰਦਾ ਬੰਦੇ ਦੀ ਦਾਰੂ, ਜਿਵੇਂ ਆਪਾਂ ਕਹਿੰਦੇ ਹਾਂ, ਦੁੱਖ ਦੇ ਵਿੱਚ ਕੰਮ ਆਉਣਾ, ਕਿਸੇ ਦੁਖੀਏ ਨੂੰ ਸੁਖੀ ਕਰ ਦੇਣਾ ਬਹੁਤ ਵੱਡੀ ਸੇਵਾ ਹੈ, ਬਹੁਤ ਵੱਡੀ ਸੇਵਾ ਹੈ। ਦੁੱਖ ਵੰਡਾ ਲੈਣ, 2 ਟੱਪੇ ਆਖਣੇ ਨੇ ਭਾਈ ਮਾੜਾ ਹੋਇਆ। ਅੱਗੋਂ ਵਾਲੇ ਨੂੰ ਜਿੰਨਾ ਕੁਛ ਮਿਲਦਾ ਨਾ ਸੁੱਖ, ਠੰਡ ਪੈਂਦੀ ਹੈ ਕਲੇਜੇ 'ਚ ਉਦੋਂ ਵੀ ਕੋਈ ਮੇਰਾ ਆਪਣਾ ਹੈ। ਤਾਂ ਰਹੋ ਵਿਚਾਰ। ਉਹ ਜਦੋਂ ਜ਼ਿਮੀਂਦਾਰ ਉਹਨੇ ਬਲਦ ਅੰਦਰ ਕਰ ਰਿਹਾ, ਲੱਕੜ ਦਾ ਗੇਟ ਪਰੇ ਨੂੰ ਕੀਤਾ, ਇੰਨੇ ਨੂੰ ਸਿੱਖ ਨੇ ਵੇਖ ਲਿਆ। ਕਹਿੰਦੇ ਪਿੱਛੋਂ ਪੁੱਛ ਲਿਆ ਵੀ ਫਲਾਣੇ ਸਿੱਖ ਦਾ ਕਰ, ਕਹਿੰਦੇ ਉਹ ਜਿਹੜਾ ਬਲਦ ਅੰਦਰ ਕਰੀ ਜਾਂਦਾ ਉਹੀ ਹੈ। ਤੇ ਉਹਦੇ ਕੋਲ ਚਲੇ ਗਿਆ। ਉਦੋਂ ਨੂੰ ਸਿੱਖ ਨੇ ਪੰਜਾਲੀ ਤਾਰੀ, ਬਲਦ ਸਾਈਡ ਤੇ ਬੰਨੇ, ਤੇ ਉਹ ਸਿੱਖ ਨੂੰ ਪੁੱਛਿਆ ਵੀ ਕੌਣ ਹੈ ਤੂੰ, ਕਿੱਥੋਂ ਆਇਆ? ਕਹਿੰਦਾ ਵੀ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਇਆ। ਆ ਹੁਣ ਵੇਖਿਓ ਵੀ ਇਹ ਪ੍ਰੀਤ ਕਿਹਨੂੰ ਕਹਿੰਦੇ ਨੇ। ਤੇ ਸਾਧ ਸੰਗਤ ਕਿੱਥੋਂ ਆਇਆ? ਅੰਮ੍ਰਿਤਸਰ ਸਾਹਿਬ ਤੋਂ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕੋਲੋਂ ਆਇਆ। ਮੈਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਤੇਰੇ ਕੋਲ ਭੇਜਿਆ। ਲੈ ਵੇਖਿਓ ਹੁਣ ਇਸ ਗੱਲ ਨੂੰ ਥੋੜ੍ਹਾ ਜਿਹਾ ਵਿਚਾਰ ਕਰਨੀ। ਜਦੋਂ ਇੰਨੀ ਗੱਲ ਆਖੀ ਨਾ, ਇਹ ਤਾਂ ਸੱਚਾਈ ਆ ਵੀ ਜਦੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਲ ਵਾਹੀਏ, ਥਕੇਮਾ ਤਾਂ ਆਉਂਦਾ, ਥੱਕ ਜਾਂਦਾ ਬੰਦਾ। ਕਿੱਲਾ ਸਵਾ ਕਿੱਲਾ ਵਾਹੁਣਾ, ਫਿਰ ਸੁਹਾਗਣਾ, ਬਹੁਤ ਕੁਛ ਹੁੰਦਾ ਉਹ ਗੱਲ ਤੇ। ਚਲੋ ਹੁਣ ਉਹ ਸਿੱਖ ਸੀ ਥੱਕਿਆ ਹੋਇਆ, ਖੇਤੋਂ ਆਉਂਦਾ ਸੋਚਦਾ ਵੀ ਜਾ ਕੇ ਕੋਸੇ ਪਾਣੀ ਨਾਲ ਲੱਤਾਂ ਲੇਸਾਂਗੇ, ਇਸ਼ਨਾਨ ਕਰਾਂਗੇ, ਫਿਰ ਪ੍ਰਸ਼ਾਦਾ ਛਕਾਂਗੇ। ਥਕੇਮਾ ਚੜ੍ਹ ਗਿਆ। ਪਰ ਜਦੋਂ ਸਿੱਖ ਨੇ ਆਖਿਆ ਨਾ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਕੋਲੋਂ ਆਇਆ, ਉਹਨਾਂ ਨੇ ਮੈਨੂੰ ਭੇਜਿਆ, ਹੁਣ ਉਹਦੀ ਲਿਵ ਜੁੜੀ ਹੋਈ ਹੈ ਗੁਰੂ ਅਰਜਨ ਦੇਵ ਸਾਹਿਬ ਨਾਲ। ਉਸ ਸਿੱਖ ਦੀ, ਉਹ ਜਿਹੜਾ ਹਲ ਵਾਹ ਕੇ ਆਇਆ, ਘਰ ਵਾਲੀ ਨੂੰ ਆਵਾਜ਼ ਮਾਰਦਾ ਹੈ, ਬੇਟੀ ਨੂੰ ਆਵਾਜ਼ ਮਾਰਦਾ ਹੈ, ਆ ਜਾਓ। ਆ ਗਏ ਸਾਰੇ। ਉਧਰ ਉਂਗਲ ਕਰਕੇ ਕਹਿੰਦੇ ਇਹ ਸਿੱਖ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕੋਲੋਂ ਆਇਆ, ਅੰਮ੍ਰਿਤਸਰ ਸਾਹਿਬ ਤੋਂ ਆਇਆ। ਤੇ ਨਾਲੇ ਤਾਂ ਅੱਖਾਂ 'ਚੋਂ ਅੱਥਰੂ ਆ ਗਏ, ਨਾਲੇ ਗੁਰੂ ਸਾਹਮਣੇ ਖੜਾ ਦਿਸਦਾ, ਸਿੱਖ ਦੇ ਵਿੱਚੋਂ ਦੀ ਦਰਸ਼ਨ ਕਰ ਰਹੇ ਨੇ। ਕੀ ਮਸਤ ਹੋ ਕੇ ਥਕੇਮਾ ਉਤਰ ਗਿਆ, ਭੁੱਲ ਗਏ ਸਭ ਕੁਝ। ਕੀ ਕਹਿੰਦੇ? ਜਾਮਾ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ, 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 ਜਾਮਾ ਬਲਿਹਾਰ ਜੀ ਮੈਂ ਆਪਣੇ ਗੁਰਾਂ ਤੋਂ। ਉਹ ਜਾਮਾ ਬਲਿਹਾਰ ਜੀ ਮੈਂ ਆਪਣੇ ਤੋਂ, ਜਾਮਾ ਬਲਿਹਾਰ ਜੀ ਮੈਂ ਆਪਣੇ ਗੁਰਾਂ 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 ਤੋਂ। ਬਲਿਹਾਰੀ ਗੋਰੇ ਆਪਣੇ, ਬਲਿਹਾਰੀ ਗੋਰੇ ਆਪਣੇ, ਦਿਵਹਾੜੀ ਸਦਵਾਰ, ਜਨ ਮਾਨਸ ਤੇ ਦੇਵਤੇ ਕੀਏ। ਜਨ ਮਾਨਸ ਤੇ ਦੇਵਤੇ ਕੀਏ, ਜਨ ਮਾਨਸ ਤੇ ਦੇਵਤੇ ਕਰਤਨ ਲਾਗੀ ਵਾਰ, ਬਲਿਹਾਰੀ ਗੋਰੇ ਆਪਣੇ। ਕਹਿੰਦਾ ਸਿੱਖਾ
ਬਲਹਾਰ ਬਲਹਾਰ ਤੂੰ ਬੜੀ ਬਖਸ਼ਿਸ਼ ਕੀਤੀ ਹੈ। ਮੇਰੇ ਗੁਰੂ ਕੋਲੋਂ ਆਇਆ ਤੂੰ। ਸਾਹਮਣੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਦਾ ਹੈ ਤੇ ਸਾਰੀ ਥਕੇਵਾਂ ਲੈ ਗਿਆ। ਆ ਬੈਠ, ਮੰਜੀ ਤੇ ਬਿਠਾਇਆ, ਨਿੱਘੇ ਪਾਣੀ ਨਾਲ ਚਰਨ ਧੋਤੇ, ਪਰਨਾ ਲੈ ਕੇ ਖੱਦਰ ਦਾ ਸਮੋਸਾ ਲੈ ਕੇ ਆਪਣੇ ਹੱਥੀਂ ਸਾਫ਼ ਕੀਤੇ। ਕੀ ਛਕੇਗਾ? ਤੇ ਪਿਆਰ ਵਾਲਿਓ, ਇਸ਼ਾਰਾ ਕਾਫੀ ਹੁੰਦਾ ਹੈ। ਸਿੱਖ ਦੀ ਭਾਵਨਾ ਵੇਖ ਕੇ ਨਾ ਸ਼ੰਕਾਬਾਦੀ ਦਾ ਅੱਧਾ ਸਵਾਲ ਹੱਲ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕਹਿੰਦਾ ਕੱਚਾ ਜਿਹਾ ਕੋਠਾ ਦਿਸਦਾ ਕੁਛ ਨਹੀਂ, ਦਿਲ ਦਾ ਬੜਾ ਰਾਜਾ ਹੈ ਬੰਦਾ। ਯਾਦ ਰੱਖਿਓ, ਅਰਬਾਂ ਦਾ ਹੋਵੇ ਮਾਲਕ, 5 ਪੈਸੇ ਦਾਨ ਨਾ ਕਰ ਸਕੇ ਤੇ ਉਹ ਤਾਂ ਐਵੇਂ 10 ਮਣ ਸਿਉਣਾ ਪਿਆ ਆਪਣਾ ਬੈਂਕਾਂ ਦੇ ਵਿੱਚ ਰੱਖਿਆ ਤੇ ਨੀਤੀ ਦਾ ਤਾਂ ਕੰਗਾਲ ਹੀ ਹੈ, ਰਾਜਾ ਨਹੀਂ ਬਣਿਆ। ਤੇ ਇੱਕ ਬੰਦਾ 2 ਟਾਈਮ ਦੀ ਰੋਟੀ ਭਾਵੇਂ ਮਿਲੇ ਭਾਵੇਂ ਨਾ ਮਿਲੇ, ਜਦੋਂ ਦਾਨ ਕਰਨ ਦਾ ਸਮਾਂ ਆਇਆ ਨਾ, ਕਹਿੰਦਾ ਆਪੀ ਗੁਰੂ ਦੇਊਗਾ, ਜੇ ਕਰ ਦਿਓ ਦਾਨ, ਕੁਛ ਨਹੀਂ ਹੁੰਦਾ। ਵੇਖੋ ਵਿਚਾਰ ਵਿੱਚ ਵਿਚਾਰ ਹੁੰਦੀ ਹੈ। ਅੱਜ ਆਪਾਂ ਬੈਠੇ ਆ ਨਾ, ਤੇ ਆ ਤੁਹਾਡਾ ਨਗਰ, ਤੁਹਾਡੇ ਸਾਰੀ ਨਗਰਾਂ ਨੇ, ਜਿੰਨੇ ਆਪਾਂ ਨਗਰਾਂ ਦੇ ਬੈਠੇ ਆ, ਪਰ ਇੱਥੋਂ ਆਨੰਦਗੜ੍ਹੋਂ ਸਾਰੇ ਨਗਰ ਨੇ ਨਾ ਕਿਸਾਨੀ ਮੋਰਚੇ ਤੇ 3 ਲੱਖ ਰੁਪਈਆ ਇਕੱਠਾ ਕਰਕੇ ਕਿਸਾਨੀ ਮੋਰਚੇ ਵਾਸਤੇ ਭੇਜਤਾ ਗੁਰੂ ਘਰ ਵੱਲੋਂ, ਨਗਰ ਵੱਲੋਂ, ਸਾਰੇ ਵੱਲੋਂ, ਘਰ ਘਰ ਦੇ ਵਿੱਚੋਂ ਕਰਕੇ ਨਾ ਮਾਇਆ ਕਤਰ। ਕਹਿੰਦੇ ਆਪਾਂ ਤਾਂ ਫੇਰ ਆ ਜਾਊਗਾ ਪੈਸਾ। ਤਾਂ ਆਪਣੇ ਵੀਰ, ਆਪਣੇ ਬਜ਼ੁਰਗ, ਆਪਣੀਆਂ ਮਾਵਾਂ, ਆਪਣੇ ਪੁੱਤ ਬਾਰਡਰਾਂ ਤੇ ਬੈਠੇ ਨੇ, ਉਹਨਾਂ ਨੂੰ ਲੰਗਰ ਪਾਣੀ ਦੀ ਹਰ ਚੀਜ਼ ਦੀ ਲੋੜ ਹੈ, ਸੁਵਿਧਾ ਦੀ। ਉੱਥੇ ਠੰਡ ਵੀ ਹੈ, ਉੱਥੇ ਬਾਰਿਸ਼ ਵੀ ਹੈ, ਉੱਥੇ ਗੋਡੇ ਗੋਡੇ ਪਾਣੀ ਵੀ ਹੈ, ਉੱਥੇ ਮੱਛਰ ਵੀ ਹੈ, ਉੱਥੇ ਧੁੱਪ ਵੀ ਪੈਂਦੀ ਹੈ, ਉੱਥੇ ਆਲੇ ਦੁਆਲੇ ਦੁਸ਼ਮਣ ਹਥਿਆਰ ਲਈ ਬੈਠਾ ਹੈ, ਘੇਰਾ ਪਾਇਆ ਹੋਇਆ ਹੈ ਕਿਸੇ ਪਾਸੇ। ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਗੁਰਮੁਖੋ। ਵਿਸ਼ਵ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਹੈ ਇਹ, ਆਲ ਵਰਲਡ ਦੇ ਵਿੱਚ ਐਡਾ ਵੱਡਾ ਅੰਦੋਲਨ ਨਹੀਂ ਕਦੇ ਹੋਇਆ। ਹੱਕਾਂ ਵਾਸਤੇ ਸੰਘਰਸ਼ ਨਹੀਂ ਹੋਇਆ ਐਡਾ ਵੱਡਾ। ਸੋ ਉੱਥੇ ਫਿਰ ਆ ਬੈਠਾ ਉੱਥੇ ਕਿਸਾਨ, ਆਪਾਂ ਬੈਠੇ ਉੱਥੇ ਸਾਰੇ। ਤੁਹਾਡੇ ਚੋਂ ਪਤਾ ਨਹੀਂ ਵੀਰ ਕਿੰਨੇ ਕਿੰਨੇ ਵਾਰੀ ਉੱਥੇ ਗਏ ਹੋਣਗੇ, ਕਿੰਨੇ ਕਿੰਨੇ ਦਿਨ ਉੱਥੇ ਲਾ ਕੇ ਆਏ ਹੋਣਗੇ। 10-10 ਲੱਖ ਰੁਪਈਆਂ ਦੇ ਟਰੈਕਟਰ ਟਰਾਲੀਆਂ ਉੱਥੇ ਜਾ ਕੇ ਕਮਰੇ ਬਣਾਤੇ, AC ਬਣਾਤੇ ਉਹਨਾਂ ਦੇ। ਸੋ ਆ ਸਾਡੀਆਂ ਮਾਵਾਂ ਭੈਣਾਂ, ਬਲਹਾਰ ਜਾਵਾਂ ਮੈਂ ਇਹਨਾਂ ਤੋਂ, ਜਿਨ੍ਹਾਂ ਨੇ ਉੱਥੇ ਜਾ ਕੇ ਮਹੀਨਿਆਂ ਬੱਧੀ ਲੰਗਰ ਤਿਆਰ ਕੀਤੇ, ਗੁਰੂ ਕੇ ਲੰਗਰ। ਤੇ ਆਪਣੇ ਘਰੇ ਆਪਾਂ ਨਾ 2 ਦਿਨ ਵੀ ਜੇ ਪ੍ਰਸ਼ਾਦਾ ਪਾਣੀ ਇਸ ਤਰ੍ਹਾਂ ਕਹਿ ਦਈਏ ਤਾਂ ਕੋਈ ਬਣਾਉਂਦਾ ਨਹੀਂ, ਪਰ ਉੱਥੇ ਜਾ ਕੇ ਪਤਾ ਨਹੀਂ ਕਿੱਡਾ ਹੌਸਲਾ ਮੇਰੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਤੇ ਉੱਥੇ ਮਾਨੋ ਘਰ ਹੀ ਬਣਾਤੇ। ਅੱਜ ਵੇਖੋ ਖਬਰ ਆ ਰਹੀ ਹੈ ਨਾ, ਆਪਾਂ ਪੜ੍ਹ ਰਹੇ ਹਾਂ ਸਾਰੇ, ਤੁਸੀਂ ਵੀ ਪੜ੍ਹੀਆਂ, ਅਸੀਂ ਵੀ ਪੜ੍ਹ ਰਹੇ ਹਾਂ। ਤੇ ਕਹਿੰਦੇ ਹੁਣ ਕਿਸਾਨ ਅੱਜ ਕਹਿੰਦੇ ਤਿਆਰੀ ਕਰ ਰਿਹਾ, ਕਿਉਂਕਿ ਕੱਲ ਨੂੰ ਵਾਪਸ ਚਾਲੇ ਪਾਉਣੇ ਨੇ ਦਿੱਲੀ ਤੋਂ। 1 ਸਾਲ ਤੇ ਜਿਹੜਾ ਉੱਪਰ ਦਿਨ ਹੋ ਗਏ ਸਾਲ ਤੋਂ, ਤੇ ਸਾਧ ਸੰਗਤ 732 ਉੱਥੇ ਕਿਸਾਨ ਵੀਰ ਜਿਹੜੇ ਆਪਣੇ ਬੱਚੇ, ਬਜ਼ੁਰਗ, ਨੌਜਵਾਨ, ਮਾਵਾਂ, ਜਿਨ੍ਹਾਂ ਦੇ ਉੱਤੋਂ ਦੀ ਉਹ ਟਰੱਕ ਚੜ੍ਹ ਗਏ, ਖੀਵਾ ਦਿਆਲੂ ਵਾਲਾ ਮਾਨਸਾ ਜ਼ਿਲ੍ਹਾ। ਤੇ ਉਹ ਬੀਬੀਆਂ ਜਿਹੜੀਆਂ ਸਦਾ ਵਾਸਤੇ ਆਪਣੇ ਬੱਚਿਆਂ ਨੂੰ ਛੱਡ ਕੇ ਅਕਾਲ ਪੁਰਖ ਦੇ ਘਰ ਪਹੁੰਚ ਗਈਆਂ, ਤੇ ਉਹਨਾਂ ਸਾਰਿਆਂ ਨੂੰ ਵੀ ਆਪਣੀ ਸ਼ਰਧਾਂਜਲੀ। ਪਰ ਵੱਡੇ ਵੱਡੇ ਦੁੱਖ, ਵੱਡੇ ਵੱਡੇ ਸੰਕਟ, ਛੋਟੀ ਨਹੀਂ ਸੀ ਗੱਲ। ਜਦੋਂ ਪਹਿਲਾ ਦਿਨ ਸੀ ਨਾ, ਪਹਿਲਾ ਦਿਨ, ਤੁਸੀਂ ਵੀ ਵਿਚਾਰਦੇ ਹੋਵੋਗੇ, ਕਈ ਵਾਰ ਗੰਭੀਰਤਾ ਨਾਲ ਗੱਲ ਵਿਚਾਰਨੀ ਪੈਂਦੀ ਹੈ। ਜਦੋਂ ਕੂਚ ਕੀਤਾ ਇੱਥੋਂ ਪੰਜਾਬ ਤੋਂ, ਸ਼ੁਰੂਆਤ ਇੱਥੋਂ ਹੋਈ ਹੈ ਨਾ, ਪੰਜਾਬ ਤੋਂ ਜਦੋਂ ਕੂਚ ਕੀਤਾ, ਨੌਜਵਾਨਾਂ ਨੇ ਸਿਰਾਂ ਤੇ ਕੱਫਣ ਬੰਨ੍ਹ ਲਏ। ਇੱਕ ਪਾਸੇ ਹਕੂਮਤ ਹੈ ਹਥਿਆਰਬੰਦ, ਇੱਕ ਪਾਸੇ ਜਜ਼ਬਾਤ ਹੈ, ਜਜ਼ਬਾ, ਜੋਸ਼ ਹੈ, ਨਿਹੱਥੇ ਨੇ, ਹਥਿਆਰ ਕੋਈ ਨਹੀਂ ਹੱਥਾਂ ਵਿੱਚ। ਇੱਕ ਵਾਰੀ ਆਰਡਰ ਆ ਜਾਂਦਾ ਗੁਰਮੁਖੋ, ਇੱਕ ਵਾਰੀ ਕਹਿ ਦਿੰਦਾ ਸੈਂਟਰ ਵੀ ਫਾਇਰ ਖੋਲ ਦਿਓ, ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਉੱਥੇ ਰਹਿ ਜਾਣੇ ਸੀ, ਕਿੰਨੀਆਂ ਭੈਣਾਂ ਦੇ ਸੁਹਾਗ ਉੱਥੇ ਰਹਿ ਜਾਣੇ ਸੀ। ਇਹ ਤਾਂ ਵਾਹਿਗੁਰੂ ਨੇ ਠੰਡ ਵਰਤਾਈ, ਬਹੁਤ ਵੱਡੀ ਬਚਤ ਰਹੀ ਹੈ, ਬਹੁਤ ਵੱਡੀ। ਨੌਜਵਾਨ ਯੂਥ ਨਹੀਂ ਸੀ ਮੁੜਦਾ, ਕੁਛ ਵੀ ਹੁੰਦਾ, ਭਾਵੇਂ ਗੋਲੀਆਂ ਦਾ ਮੀਂਹ ਵਰ ਜਾਂਦਾ, ਜਿਹੜਾ ਜਜ਼ਬਾ ਸੀ ਉਸ ਵੇਲੇ ਉਹਨੇ ਨਹੀਂ ਸੀ ਮੁੜਨਾ। ਪਰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਆਪਾਂ ਬਸਦਿਆਂ ਵਿੱਚ ਰਹੇ, ਆਪਣਾ ਸਭ ਕੁਝ ਉਵੇਂ ਦਾ ਉਵੇਂ ਰਹਿ ਗਿਆ। ਤੇ ਅੱਜ ਗੁਰਮੁਖੋ ਆਪਾਂ ਕਿਸਾਨ ਦੀ ਵਿਚਾਰ ਕਰ ਰਹੇ ਹਾਂ, ਅੱਜ ਆਪਾਂ ਦੁੱਖ ਤੇ ਸੁੱਖ ਦੀ ਗੱਲ ਕਰ ਰਹੇ ਹਾਂ, ਭਾਣੇ ਦੀ ਗੱਲ ਕਰ ਰਹੇ ਹਾਂ। ਅੱਜ ਦਿੱਲੀ ਬੈਠੇ ਤੁਹਾਡੇ ਵਿੱਚੋਂ, ਸਾਡੇ ਵਿੱਚੋਂ, ਤੇ ਪਿਆਰਿਓ, ਜਿਨ੍ਹਾਂ ਜਿਨ੍ਹਾਂ ਸੇਵਾ ਨਿਭਾਈਆਂ, ਸਿਰ ਝੁਕਦਾ ਉਹਨਾਂ ਨੂੰ, ਉਹਨਾਂ ਜਥੇਬੰਦੀਆਂ ਨੂੰ, ਉਹਨਾਂ ਸੰਘਰਸ਼ੀ ਯੋਧਿਆਂ ਨੂੰ, ਉਹਨਾਂ ਨੌਜਵਾਨਾਂ ਨੂੰ, ਉਹਨਾਂ ਮਾਵਾਂ ਨੂੰ, ਉਹਨਾਂ ਭੈਣਾਂ ਨੂੰ, ਉਹਨਾਂ ਕਿਸਾਨਾਂ ਨੂੰ। ਤੇ ਸਾਧ ਸੰਗਤ, ਇਹਨੂੰ ਅੱਜ ਦੀ ਖੁਸ਼ੀ ਆਪਾਂ ਇਉਂ ਜ਼ਾਹਰ ਕਰ ਸਕਦੇ ਹਾਂ,
ਕੱਲ ਨੂੰ ਕਿਸਾਨ ਵੀਰਾਂ ਨੇ ਦਿੱਲੀ ਤੋਂ ਉਹ ਜਿਹੜਾ ਸਾਲ ਭਰ ਤੋਂ ਉੱਥੇ ਘਰ ਬਣਾ ਲਏ ਸੀ ਪੱਕੇ, ਅੱਜ ਉਹਨਾਂ ਨੂੰ ਛੱਡ ਕੇ ਆਉਣਗੇ। ਅੱਜ ਸਮਾਨ ਪੈਕ ਕਰ ਰਿਹਾ ਹੈ, ਸਾਰੇ ਬਾਰਡਰਾਂ ਤੇ ਸਮਾਨ ਪੈਕ ਹੋ ਰਿਹਾ ਹੈ, ਕੱਲ ਨੂੰ ਵਾਪਸੀ ਦੇ ਚਾਲੇ ਨੇ। ਇਹਨੂੰ ਇਉਂ ਪੜੋ ਸਾਰੇ। ਲੱਖਾਂ ਦੁੱਖੜੇ ਸ਼ਰੀਰ ਉੱਤੇ ਝੱਲ ਗਏ, ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰ ਉੱਤੇ ਜਿੱਤ ਗਏ ਕਿਸਾਨ ਵੀਰਿਓ। ਦੁੱਖੜੇ ਸ਼ਰੀਰ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸਰੀਰ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸਰੀਰ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸਰੀਰ ਉੱਤੇ ਚੱਲ ਕੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਉਹ ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਲੱਖਾਂ ਦੁੱਖੜੇ ਸ਼ਰੀਰਾਂ ਉੱਤੇ ਚੱਲ ਕੇ ਜਿੱਤ ਗਏ ਕਿਸਾਨ ਵੀਰਿਓ। ਐ ਕਿਸਾਨ ਵੀਰੋ, ਐ ਜਥੇਬੰਦੀਆਂ ਦੇ ਨੁਮਾਇੰਦੇ ਸਾਰੇ ਤੁਹਾਡੇ ਵਿੱਚ ਅਣਗਿਣਤ ਬੈਠੇ ਨੇ, ਮੈਨੂੰ ਪਤਾ ਇਸ ਗੱਲ ਦਾ। ਕੌਣ ਹੈ ਜਿਹਨੇ ਹਾਜ਼ਰੀ ਨਹੀਂ ਲਵਾਈ? ਸੋ ਕਿਤੇ ਵੀ ਭਾਵੇਂ ਉਹ ਆਪਣੇ ਇੱਥੇ ਲੋਕਲ, ਭਾਵੇਂ ਉੱਥੇ ਬਾਰਡਰਾਂ ਦੇ ਉੱਤੇ, ਉਹ ਸਾਰੇ ਸੰਘਰਸ਼ ਦੀ ਜਿੱਤ ਹੋਈ ਹੈ, ਸੱਚ ਦੀ ਜਿੱਤ ਹੋਈ ਹੈ। ਵਾਹਿਗੁਰੂ ਨੇ ਪ੍ਰਗਟ ਕਲਾ ਵਰਤਾਈ ਹੈ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਕਿਉਂਕਿ ਜਿਹੜੀਆਂ ਹਕੂਮਤਾਂ ਕਹਿੰਦੀਆਂ ਸੀ, ਵੈਸੇ ਇਹ ਹੈ ਵੀ, ਇੱਕ ਵਾਰੀ ਜਦੋਂ ਮੌਕੇ ਦੀ ਮੌਜੂਦਾ ਸਰਕਾਰ ਕੋਈ ਵੀ ਬਿੱਲ ਪਾਸ ਕਰਦੀ ਹੈ ਤਾਂ ਉਹ ਕਦੇ ਵਾਪਸ ਨਹੀਂ ਲਿਆ ਜਾਂਦਾ, ਉਹ ਤੇ ਵਿਚਾਰ ਹੋ ਸਕਦੀ ਹੈ। ਪਰ ਇਹ ਸੰਘਰਸ਼ ਹੀ ਐਸਾ, ਇਹ ਸੱਚ ਦੀ ਆਵਾਜ਼ ਹੀ ਐਸੀ ਉੱਠੀ ਵੀ ਉਹਨਾਂ ਨੂੰ ਵਾਪਸ ਲੈਣੇ ਪੈ ਗਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੇ ਬਲੀ ਕੰਧਾਰੀ ਨੂੰ ਆਖਿਆ ਵੀ ਹੰਕਾਰ ਨਹੀਂ ਕਰੀਦਾ, ਮਲਕ ਭਾਗੋ ਨੂੰ ਆਖਿਆ ਮਲਕ ਸੱਚ ਅੱਗੇ ਝੁਕ ਜਾਣਾ ਚਾਹੀਦਾ, ਤੂੰ ਸੱਚ ਦੇ ਮਾਰਗ ਨੂੰ ਪਕੜ, ਤੇ ਕੌਰੂ ਬਾਦਸ਼ਾਹ ਵਰਗਿਆਂ ਨੂੰ ਇਹਨਾਂ ਨੂੰ ਮੋਮ ਬਣਾ ਦਿੱਤਾ, ਤਾਂ ਪਾਤਸ਼ਾਹ ਨੇ ਪ੍ਰਤੱਖ ਕਲਾ ਵਰਤਾਈ। ਪ੍ਰਕਾਸ਼ ਦਿਵਸ ਵਾਲੇ ਦਿਨ ਇਹਨਾਂ ਦੇ ਸਾਰੇ ਮੰਤਰੀ ਕਹਿੰਦੇ ਨੇ ਵੀ ਸਾਡੇ ਨਾਲ ਕੋਈ ਵਿਚਾਰ ਨਹੀਂ ਕੀਤੀ, ਇਹ ਪ੍ਰਧਾਨ ਮੰਤਰੀ ਜੀ ਦਾ ਆਪਣਾ ਫੈਸਲਾ ਹੈ, ਕਿਸੇ ਨਾਲ ਕੋਈ ਮੀਟਿੰਗ ਨਹੀਂ ਕੀਤੀ, ਆਪਣਾ ਫੈਸਲਾ ਸੁਣਾ ਦਿੱਤਾ। ਸੋ ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਬਹੁਤ ਬਹੁਤ ਇਹ ਜਿੱਤ ਦੀਆਂ ਵਧਾਈਆਂ। ਤੇ ਸਾਧ ਸੰਗਤ, ਤੁਹਾਡੇ ਅੰਦਰ ਵੀ ਇਹ ਗੱਲਾਂ ਹੋਣਗੀਆਂ। ਅਸੀਂ ਗੱਡੀ ਵਿੱਚ ਗੱਲ ਕਰੀ ਜਾਂਦੇ ਸੀ ਵੀ ਹੁਣ ਇਹ ਜਿਹੜੇ ਟੋਲ ਪਲਾਜ਼ਿਆਂ ਵਾਲਾ ਸਵਾਦ ਦਿੱਤਾ ਸੀ ਨਾ, ਇਹ ਬੜਾ ਵਧੀਆ ਸੀ। ਹੁਣ ਇਹਨਾਂ ਨੇ ਬੋਰਡਾਂ ਤੇ ਫਿਰ ਕਹਿੰਦੇ ਕੱਲ ਜਿਹੜਾ ਗੱਡੀ ਦਾ 50 ਰੁਪਏ ਸੀ ਨਾ, ਉਹ 90 ਲਿਖਤਾ ਬੋਰਡਾਂ ਤੇ। ਤੇ ਤੁਸੀਂ ਜਥੇਬੰਦੀਆਂ ਦੇ ਨੁਮਾਇੰਦੇ ਹੋ ਸਕਦਾ ਵਿੱਚ ਬੈਠੇ ਹੋਣ, ਜਾਂ ਉਹਨਾਂ ਤੱਕ ਗੱਲ ਪਹੁੰਚਾਓ ਵੀ ਇਹਨਾਂ ਨੂੰ ਵੀ ਥੋੜਾ ਜਿਹਾ ਚੈਲੰਜ ਕਰੋ ਵੀ ਠੀਕ ਹੈ, ਲਾ ਕੇ ਤਾਂ ਰੱਖੋ ਪਰ ਰੇਟ ਜਾਇਜ਼ ਰੱਖੋ, ਰੇਟ ਜਾਇਜ਼ ਰੱਖੋ। ਇਹਨਾਂ ਨੂੰ ਵੀ ਥੋੜਾ ਜਿਹਾ ਬੜਾ ਆਨੰਦ ਵਰਤਾਇਆ, ਬੜਾ ਵੱਡਾ ਪੁੰਨ ਕੀਤਾ ਜਿਹੜੇ ਟੋਲ ਪਲਾਜ਼ੇ ਜੇ ਬੰਦ ਕੀਤੇ। ਸੋ ਇਹਨਾਂ ਚੀਜ਼ਾਂ ਦਾ ਵੀ ਆਪਾਂ ਨੇ ਨੋਟਿਸ ਰੱਖਣਾ ਹੈ ਤੇ ਜਾਗਦੇ ਰਹਿਣਾ। ਹੁਣ ਨਹੀਂ ਲੁੱਟ ਸਕਦੇ, ਸੁੱਤੇ ਨੂੰ ਹੀ ਕੋਈ ਲੁੱਟ ਸਕਦਾ, ਜਾਗਦੇ ਨੂੰ ਨਹੀਂ ਲੁੱਟ ਸਕਦਾ। ਹੁਣ ਤਾਂ ਹੱਥਾਂ ਪੈਰਾਂ ਦੀ ਪਈ ਜੂ, ਉਦੋਂ ਪਤਾ ਲੱਗਦਾ ਵੀ ਆ ਗਏ।
ਸੋ ਆਓ ਇੱਕ ਧਾਰਨਾ ਹੋਰ ਕਹਿੰਦਾ ਕਿਸਾਨੀ ਅੰਦੋਲਨ ਬਾਰੇ, ਫਿਰ ਵਿਚਾਰ ਉੱਥੇ ਲੈ ਕੇ ਆਉਣਾ। ਤੇ ਸਾਧ ਸੰਗਤ ਅੱਜ ਤੁਹਾਡੇ ਅੰਦਰ ਤੇ ਮੇਰੇ ਅੰਦਰ ਇਹ ਗੱਲ ਬਾਰਡਰਾਂ ਤੇ ਬੈਠੇ ਜਾਂ ਤੁਹਾਡੇ ਵਿੱਚੋਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਸੁਣੋ। ਤੁਹਾਨੂੰ ਲੱਖ ਲੱਖ ਹੋਣ ਵਧਾਈਆਂ ਮੋਰਚਾ ਸਮਾਪਤੀ ਤੇ, ਤੁਹਾਨੂੰ ਲੱਖ ਲੱਖ ਹੋਣ ਵਧਾਈਆਂ ਬਈ ਮੋਰਚਾ ਸਮਾਪਤੀ ਤੇ, ਤੁਹਾਨੂੰ ਲੱਖ ਲੱਖ ਹੋਣ ਵਧਾਈਆਂ 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 ਮੋਰਚਾ ਸਮਾਪਤੀ, ਤੁਹਾਨੂੰ ਲੱਖ ਲੱਖ ਹੋਣ ਜੀ ਹੋਣ ਵਧਾਈਆਂ ਮੋਰਚਾ ਸਮਾਪਤੀ ਤੇ, ਲੱਖ ਲੱਖ ਹੋਣ ਵਧਾਈਆਂ ਮੋਰਚਾ ਸਮਾਪਤੀ ਤੇ, ਲੱਖ ਲੱਖ ਹੋਣ ਵਧਾਈਆਂ ਮੋਰਚਾ ਸਮਾਪਤੀ ਤੇ, ਤੁਹਾਨੂੰ ਲੱਖ ਲੱਖ ਹੋਣ ਵਧਾਈਆਂ ਮੋਰਚਾ ਸਮਾਪਤੀ ਤੇ, ਤੁਹਾਨੂੰ ਲੱਖ ਲੱਖ ਹੋਣ ਵਧਾਈਆਂ ਮੋਰਚਾ ਸਮਾਪਤੀ ਤੇ, ਤੁਹਾਨੂੰ ਲੱਖ ਲੱਖ ਹੋਣ ਵਧਾਈਆਂ ਮੋਰਚਾ ਸਮਾਪਤੀ ਤੇ। ਦੋ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਨੇ। ਇੱਕ ਤਾਂ ਜਦੋਂ ਅਸੀਂ ਸੁੱਤੇ ਆਂ, ਸੁੱਤਿਆਂ ਨੂੰ ਕੋਈ ਵੀ ਲੁੱਟ ਸਕਦਾ ਹੈ। ਦੂਜੀ ਗੱਲ, ਜਦੋਂ ਅਸੀਂ ਜਾਗਾਂਗੇ ਹਿਸਾਬ ਮੰਗਾਂਗੇ। ਅਸੀਂ ਦੋ ਮਿੱਤਰ ਹਾਂ, ਦੋ ਮਿੱਤਰਾਂ ਦਾ ਰਿਲੇਸ਼ਨਸ਼ਿਪ ਚੱਲ ਰਿਹਾ ਹੈ। ਦੂਜਾ ਮਿੱਤਰ ਉਹ ਤੋਂ ਹਿਸਾਬ ਨਾ ਮੰਗੇ, ਬੜਾ ਪਿਆਰਾ ਮਿੱਤਰ ਹੈ। ਜਿਸ ਦਿਨ ਹਿਸਾਬ ਮੰਗ ਲਿਆ ਉਹ ਕਹਿੰਦਾ ਇਹਦੇ ਵਰਗਾ ਦੁਸ਼ਮਣ ਹੀ ਕੋਈ ਨਹੀਂ। ਅੱਜ ਜਦੋਂ ਆਪਾਂ ਹਿਸਾਬ ਮੰਗਿਆ ਫਿਰ ਹੀ ਸਾਨੂੰ ਮਾਓਵਾਦੀ, ਅੱਤਵਾਦੀ, ਪਰਜੀਵੀ ਇਤ ਆਦਿਕ ਚੀਜ਼ਾਂ ਨਾਲ, ਕਿਉਂਕਿ ਅਸੀਂ ਹਿਸਾਬ ਮੰਗ ਲਿਆ ਵੀ ਸਾਡਾ ਹਿਸਾਬ ਦਿਓ। ਤੇ ਜਦੋਂ ਹਿਸਾਬ ਮੰਗਦੇ ਰਹਿਣਾ ਹੁਣ ਆਪਾਂ ਨੇ, ਬਸ ਜਾਗਦੇ ਰਹਿਣਾ, ਜਾਗਦੇ ਨੂੰ ਕੋਈ ਲੁੱਟ ਨਹੀਂ ਸਕਦਾ। ਏਕੇ ਵਿੱਚ ਬਰਕਤ ਹੈ। ਇਹ ਗੱਲਾਂ ਸਾਹਮਣੇ ਆਈਆਂ ਨੇ ਉੱਭਰ ਕੇ। ਹੁਣ ਨਹੀਂ ਸੌਣਾ ਆਪਾਂ ਨੇ, ਪਹਿਲਾਂ ਜੋ ਹੋ ਗਿਆ ਸੋ ਹੋ ਗਿਆ। ਬਹੁਤ ਵੱਡੀ ਜਿੱਤ ਹੈ, ਬਹੁਤ ਸੋਹਣੀ ਇਹ ਰਾਹ ਬਣ ਗਈ ਹੈ ਤੇ ਆਪਣੇ ਬੱਚਿਆਂ ਦੀ ਰੋਜੀ ਰੋਟੀ ਕਾਇਮ ਰਹੇਗੀ, ਆਪਣੇ ਬੱਚਿਆਂ ਦਾ ਭਵਿੱਖ ਠੀਕ ਰਹਿ ਗਿਆ ਤੇ ਹੁਣ ਨਹੀਂ ਲੁੱਟੇ ਜਾਵਾਂਗੇ। ਹੁਣ ਤਾਂ ਇਹਦਾ ਬਹੁਤ ਹੀ ਵੱਡਾ ਸੁਧਾਰ ਹੋ ਜਾਣਾ ਕਿਉਂਕਿ ਜਨਤਾ ਜਾਗੀ ਹੈ। ਜਨਤਾ ਨੇ ਜਾਗ ਕੇ ਵੱਡਾ ਆਪਣਾ ਜਿੱਤ ਪ੍ਰਾਪਤ ਕੀਤੀ ਹੈ। ਤਾਂ ਆਓ ਹੁਣ ਉੱਥੇ ਧਿਆਨ ਲੈ ਕੇ ਆਈਏ ਕਿਉਂਕਿ ਸਮਾਂ ਸੀਮਤ ਹੈ। ਇਹਦੇ ਤੇ ਜੀ ਤਾਂ ਕਰਦਾ ਵੀ ਬਹੁਤ ਕੁਝ ਬੋਲਿਆ ਜਾ ਸਕਦਾ ਪਰ ਸਮਾਂ ਨਹੀਂ। ਉਹ ਸਿੱਖ ਫਿਰ ਕਹਿਣ ਲੱਗਿਆ ਵੀ ਹੁਣ ਜਲ ਪਾਣੀ ਛਕ, ਪ੍ਰਸ਼ਾਦਾ ਪਾਣੀ ਛਕਿਆ। ਕਹਿੰਦਾ ਵੀ ਸਿੱਖ ਪੁੱਛਣ ਲੱਗਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮੈਨੂੰ ਕਿਵੇਂ ਯਾਦ ਕੀਤਾ ਹੈ? ਕਹਿੰਦੇ ਆਹ ਲੈ ਪੱਤਰਕਾ। ਪੱਤਰਕਾ ਜਿਹੜਾ ਉਹ ਸਿੱਖ ਸੀ ਅਨਪੜ੍ਹ, ਸ਼ਾਹੂਕਾਰ ਨੂੰ ਬੁਲਾਇਆ, ਸ਼ਾਹੂਕਾਰਾ ਪੜ੍ਹ ਕੇ ਸੁਣਾਈ। ਕਹਿੰਦੇ ਵੀ ਇਹ ਤੇ ਲਿਖਿਆ, ਪੱਤਰਕਾ ਦੇ ਬਾਹਰਲੇ ਪਾਸੇ ਲਿਖਿਆ ਵੀ ਪਹਿਲਾਂ ਸਿੱਖ ਤੋਂ 100 ਟਕਾ ਲਿਆ ਜਾਵੇ, ਉਹ ਤੋਂ ਬਾਅਦ ਪੜ੍ਹ ਕੇ ਸੁਣਾਉਣੀ ਹੈ। 100 ਟਕਾ ਪਹਿਲਾਂ ਸਿੱਖ ਤੋਂ ਲਿਆ ਜਾਵੇ। ਹੁਣ ਗਰੀਬ ਪਰਿਵਾਰ ਹੈ, ਵੇਖਿਓ ਮਹਾਰਾਜ ਨੇ ਆਖਿਆ ਸੀ ਸੋ ਵੱਡਾ ਜਿਨ ਰਾਮ ਲਿਵ ਲਾਈ। ਹੁਣ ਇੱਥੇ ਜੇ ਖਾਲੀ ਭਾਂਡਾ ਹੁੰਦਾ ਤਾਂ ਉਸੇ ਵੇਲੇ ਕਹਿਣਾ ਸੀ ਵੀ ਪਿੱਛੇ ਮੁੜ ਜਾ, ਮੇਰੇ ਘਰ ਤੋਂ ਬਾਹਰ ਹੋ ਜਾ। ਤੇ ਗੁਰੂ ਨੂੰ ਪਤਾ ਨਹੀਂ ਵੀ ਮੇਰੇ ਤਾਂ 2 ਟਾਈਮ ਦੀ ਰੋਟੀ ਹੈ ਨਹੀਂ, ਮੈਂ 100 ਟਕਾ ਕਿੱਥੋਂ ਦੇ ਦਾਂ। ਪਰ ਨਹੀਂ, ਉਹ ਤਾਂ ਗੁਰੂ ਦੇ ਪਿਆਰ ਵਿੱਚ ਵਿਕ ਜਾਂਦੇ ਨੇ, ਉਹ ਤਾਂ ਗੁਰੂ ਦੇ ਪਿਆਰ ਵਿੱਚ ਮਰ ਜਾਂਦੇ ਨੇ। ਉਹ ਜਿਉਂਦੇ ਹੁੰਦੇ ਹੀ ਨਹੀਂ ਸਰੀਰ ਕਰਕੇ, ਉਹ ਹਰ ਵੇਲੇ ਰਜਾ ਵਿੱਚ, ਭਾਣੇ ਵਿੱਚ, ਹੁਕਮ ਵਿੱਚ ਹੁੰਦੇ ਨੇ। ਤਾਂ ਘਰ ਵਾਲੀ ਦੇ ਨਾਲ ਵਿਚਾਰ ਕੀਤੀ ਭਾਗਵਾਨ ਨੇ, 100 ਟਕਾ ਦਰਸ਼ਨੀ ਭੇਟਾ। ਤੇ ਹੁਣ ਆਪਣੇ ਘਰ ਤਾਂ 2 ਟਕੇ ਵੀ ਹੈ ਨਹੀਂ। ਉਸੇ ਸ਼ਾਹੂਕਾਰ ਨੂੰ ਅੰਦਰ ਲੈ ਗਏ ਉਸੇ ਵੇਲੇ। ਗੁਰੂ ਦਾ ਪਿਆਰ ਕੀ ਆ, ਉਹ ਵੱਡੇ ਕਿਵੇਂ ਹੁੰਦੇ ਨੇ, ਵੱਡੇ ਹੁੰਦੇ ਨੇ। ਗੁਰੂ ਹਮੇਸ਼ਾ ਵੱਡਿਆਂ ਕੋਲ ਗਿਆ। ਭਗਵਾਨ ਕ੍ਰਿਸ਼ਨ ਜਦੋਂ ਦੁਰਯੋਧਨ ਨੇ ਸੱਦਾ ਦਿੱਤਾ, ਵੱਡਾ ਹੈ ਨਾ ਦੁਰਯੋਧਨ, ਰਾਜਾ ਹੈ, ਦੁਰਯੋਧਨ ਨੇ ਸੱਦਾ ਦਿੱਤਾ ਇਸ਼ਾਰੇ ਮਾਤਰ। ਗੁਰੂ ਦੀ ਨਜ਼ਰ ਵਿੱਚ ਵੱਡਾ ਕੌਣ ਹੈ? ਦੁਰਯੋਧਨ ਨੇ ਸੱਦਾ ਤਾਂ ਦੇਤਾ ਭਗਵਾਨ ਕ੍ਰਿਸ਼ਨ ਨੂੰ। ਭਗਵਾਨ ਜੀ ਚੱਲ ਪਏ ਤੇ ਜਦੋਂ ਰਸਤੇ ਵਿੱਚ ਭਗਵਾਨ ਕ੍ਰਿਸ਼ਨ ਆ ਰਹੇ ਨੇ, ਦੁਰਯੋਧਨ ਦੇ ਮਨ ਵਿੱਚ ਖਿਆਲ ਆਇਆ ਮੂਰਖਾ ਤੂੰ ਗੱਲ ਮਾੜੀ ਕੀਤੀ ਹੈ। ਉਹ ਇੱਕ ਸਾਧ, ਭਗਵਾਨ ਕ੍ਰਿਸ਼ਨ ਇੱਕ ਸਾਧ, ਤੂੰ ਰਾਜਾ ਬਾਦਸ਼ਾਹ। ਹੁਣ ਜਦੋਂ ਉਹ ਤੇਰੇ ਦਰਬਾਰ ਵਿੱਚ ਆਉਣਗੇ
ਤੈਨੂੰ ਉਹਨਾਂ ਦੇ ਸਤਿਕਾਰ ਵਿੱਚ ਸਿੰਘਾਸਣ ਤੋਂ ਉੱਠਣਾ ਪਵੇਗਾ। ਤੂੰ ਸਿੰਘਾਸਣ ਤੋਂ ਉੱਠੇਗਾ ਇੱਕ ਸਾਧ ਪਿੱਛੇ। ਹੁਣ ਉਹ ਅੰਤਰਜਾਮੀ ਹੈ ਜਿਹੜਾ ਤੁਰਿਆ ਆਉਂਦਾ, ਉਹਨੇ ਵੇਖ ਲਿਆ ਵੀ ਦੁਰਯੋਧਨ ਨੂੰ ਤਾਂ ਝੂਠਾ ਮਾਣ ਹੋ ਗਿਆ, ਹੰਕਾਰ ਹੋ ਗਿਆ। ਹੰਕਾਰ ਗੁਰੂ ਨੂੰ ਭਾਉਂਦਾ ਨਹੀਂ। ਤੇ ਇੱਧਰ ਬਿਦਰ ਨੂੰ ਪਤਾ ਲੱਗ ਗਿਆ, ਦਾਸੀ ਸੁੱਤ ਸੀ ਨਾ, ਦਾਸੀ ਪੁੱਤਰ ਸੀ ਬਿਦਰ ਦੁਰਯੋਧਨ ਦਾ, ਤੇ ਦਾਸੀ ਦੇ ਪੇਟ ਤੋਂ ਪੈਦਾ ਹੋਇਆ ਸੀ। ਤੇ ਉਸ ਵੇਲੇ ਬਿਦਰ ਨੂੰ ਪਤਾ ਲੱਗਿਆ ਵੀ ਭਗਵਾਨ ਕ੍ਰਿਸ਼ਨ ਦੁਰਯੋਧਨ ਦੇ ਆ ਰਹੇ ਨੇ, ਤੇ ਉਹ ਰੋਣ ਲੱਗ ਗਿਆ। ਕਹਿੰਦਾ ਮੇਰੀ ਕੱਖਾਂ ਦੀ ਕੁੱਲੀ ਨੂੰ ਭਾਗ ਲਾ ਜਾ ਰਾਜਿਆਂ ਦੇ ਜਾਣ ਵਾਲਿਆ। ਉਹਨੇ ਤਰਲਾ ਕਰ ਦਿੱਤਾ, ਉਹਨੇ ਮਿੰਨਤ ਕਰਤੀ। ਤੇ ਜਦੋਂ ਪਤਾ ਲੱਗਿਆ ਵੀ ਉਧਰ ਹੰਕਾਰੀ ਹੈ, ਉਧਰ ਭਾਵਨਾ ਵਾਲਾ ਹੈ, ਭਗਵਾਨ ਕ੍ਰਿਸ਼ਨ ਨੇ ਦੁਰਯੋਧਨ ਵਾਲਾ ਪਾਸਾ ਹੀ ਕੱਟਤਾ ਵੀ ਮੈਂ ਤਾਂ ਪਿਆਰ ਵਾਲਿਆਂ ਦੇ ਜਾਣਾ ਹੈ, ਮੈਂ ਤਾਂ ਵੱਡੇ ਦੇ ਜਾਣਾ ਹੈ। ਹੁਣ ਹਿਸਾਬ ਲਾਓ ਵੀ ਦੁਰਯੋਧਨ ਵੱਡਾ ਹੈ ਕਿ ਬਿਦਰ ਵੱਡਾ ਹੈ? ਦੱਸੋ। ਉਹ ਵੱਡਾ ਹੈ ਜਿਹਦੇ ਘਰੇ ਭਗਵਾਨ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਗਵਾਨ ਗਿਆ ਜਿਹਦੇ ਘਰੇ, ਉਹ ਵੱਡਾ ਹੈ। ਤੇ ਬਿਦਰ ਦੇ ਘਰੇ ਫਿਰ ਰਾਤ ਗੁਜ਼ਾਰੀ ਭਗਵਾਨ ਕ੍ਰਿਸ਼ਨ ਨੇ, ਅਲੂਣਾ ਸਾਗ ਖਾਧਾ, ਉਹਦੇ ਘਰ ਦਾ ਪਾਣੀ ਪੀਤਾ। ਦੁਰਯੋਧਨ ਨੇ ਜਦੋਂ ਆਖਿਆ ਰੁੱਖਾ ਹੋ ਕੇ, ਕਹਿੰਦਾ ਆਪਣਾ ਤੂੰ ਜਾ ਕੇ ਗੋਲੇ ਦੇ ਘਰੇ ਰਿਹਾ, ਮੇਰੇ ਮਹਿਲਾਂ 'ਚ ਕਿਉਂ ਨਹੀਂ ਆਇਆ? ਕਹਿੰਦੇ ਦੁਰਯੋਧਨ ਤੇਰਾ ਹੰਕਾਰ ਮੈਨੂੰ ਭਾਉਂਦਾ ਨਹੀਂ। ਰਾਜਨ ਕੌਣ ਤੁਮਾਰਾ ਆਵੈ ਐਸੋ ਭਾਵ ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੈ। ਕਹਿੰਦੇ ਉਹਦੇ ਕੋਲੇ ਹਿਰਦੇ ਦੀ ਗਰੀਬੀ ਹੈ, ਇਸ ਕਰਕੇ ਮੈਂ ਉਹਦੇ ਕੋਲੇ ਗਿਆ। ਤੂੰ ਤਾਂ ਕਹਿੰਦੇ ਹਸਤੀ ਦੇਖ ਭਰਮ ਤੇ ਭੁੱਲਿਆ, ਸ੍ਰੀ ਭਗਵਾਨ ਨਾ ਜਾਣਿਆ। ਤੇ ਕਹਿੰਦੇ ਤੂੰ ਤਾਂ ਆਪਣੀ ਉੱਚੀ ਹਸਤੀ ਨੂੰ ਵੇਖ ਕੇ, ਹਾਥੀਆਂ ਘੋੜੇ ਤਵੇਲਿਆਂ ਨੂੰ ਵੇਖ ਕੇ ਹੰਕਾਰ ਕਰ ਗਿਆ। ਤੇਰੇ ਮੈਂ ਕਿਉਂ ਆਵਾਂ? ਇਉਂ ਸਾਧ ਸੰਗਤ ਉਸ ਵੇਲੇ ਸਿੱਖ ਨੂੰ ਕਿਹਾ ਵੀ 100%। ਕਹਿੰਦੇ ਠੀਕ ਹੈ ਤੂੰ ਖੜ ਇੱਥੇ। ਸ਼ਾਹੂਕਾਰ ਨੂੰ ਅੰਦਰ ਲੈ ਕੇ, ਸ਼ਾਹੂਕਾਰਾ ਆਹ ਟੂਮਾਂ ਨੇ, ਆਹ ਗਹਿਣੇ ਨੇ, ਆਹ ਲੈ ਆਪਣੇ ਫੜ, ਸਾਨੂੰ 100% ਦੇ ਦੇ। ਸ਼ਾਹੂਕਾਰ ਬੜਾ ਪਿਆਰ ਵਾਲਾ ਸੀ, ਕਹਿੰਦਾ ਵੀ ਲੈ ਲਓ। ਟੂਮਾਂ ਵੇਚ ਕੇ ਗਹਿਣੇ ਰੱਖ ਕੇ ਗੁਰੂ ਦੀ ਪੱਤਰਕਾ, ਗੁਰੂ ਦਾ ਹੁਕਮ ਪੜ੍ਹਨਾ ਹੈ। ਹੁਕਮ ਵਿੱਚ ਭਾਣੇ ਵਿੱਚ ਮੇਰੇ ਗੁਰੂ ਨੇ ਕੀ ਲਿਖਿਆ, 100% ਦੇ ਕੇ ਲਿਆ ਵੀ ਸਿੱਖਾ ਪੱਤਰਕਾ ਦੇ ਦੇ। ਸਿੱਖ ਨੇ ਪੱਤਰਕਾ ਦੇਤੀ। ਕਹਿੰਦੇ ਸ਼ਾਹੂਕਾਰਾ ਪੜ੍ਹ ਕੇ ਸੁਣਾਈ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਗੁਰਸਿੱਖਾ, ਆਉਣ ਵਾਲੇ ਵਿਸਾਖੀ ਤੇ ਹਰਿਮੰਦਰ ਸਾਹਿਬ ਬਹੁਤ ਵੱਡਾ ਜੋੜ ਮੇਲਾ ਹੋਣਾ ਹੈ, ਸੰਗਤਾਂ ਦਾ ਇਕੱਠ ਹੋਣਾ ਹੈ। ਤੂੰ ਪਰਿਵਾਰ ਸਮੇਤ ਆਉਣਾ ਹੈ, 500% ਲੈ ਕੇ ਆਈ ਨਾਲ, 500%। ਹੁਣ ਜਿਹੜੀ ਸਿੱਖ ਦੀ ਪ੍ਰੋਪਰਟੀ ਸੀ ਉਹ ਤਾਂ ਉਹਨੇ ਸ਼ਾਹੂਕਾਰ ਨੂੰ ਦੇਤੀ। ਹੁਣ ਅਗਲਾ ਜਿਹੜਾ ਇਮਤਿਹਾਨ ਸੀ ਨਾ 500% ਵਾਲਾ, ਇਹ ਸਿੱਖ ਵਾਸਤੇ ਬਹੁਤ ਵੱਡੀ ਗੱਲ ਸੀ, ਬਹੁਤ ਵੱਡੀ। ਤੇ ਸਾਧ ਸੰਗਤ ਉਸ ਵੇਲੇ ਘਰ ਵਾਲੀ ਕਹਿੰਦੀ ਹੈ ਜੀ ਕੀ ਲਿਖਿਆ? ਕਹਿੰਦੇ 500% ਲਿਖਿਆ ਵੀ ਲੈ ਕੇ ਆ ਜੀ ਹਰਿਮੰਦਰ ਸਾਹਿਬ। ਸਿੱਖ ਨੱਚਣ ਲੱਗ ਗਿਆ, ਹੱਸਣ ਲੱਗ ਗਿਆ। ਉਹ ਜਿਹੜਾ ਸ਼ੰਕਾਵਾਦੀ ਸੀ ਉਹ ਵੇਖਦਾ ਵੀ 100% ਤਾਂ ਇਹਨੇ ਟੂਮਾ ਵੇਚ ਕੇ ਲਿਆ, 500% ਵੇਰੇ ਤਾਂ ਇਹਨੂੰ ਰੋਣਾ ਚਾਹੀਦਾ ਸੀ ਵੀ ਮੈਂ ਕਿੱਥੋਂ ਦੇਵਾਂਗਾ ਜਾਂ ਕਿਵੇਂ। ਇਹ ਤਾਂ ਹੱਸਣ ਲੱਗ ਗਿਆ। ਹੁਣ ਵੱਡਾ ਵੇਖੋ ਕੌਣ ਹੈ। ਜਦੋਂ ਲੱਗਦੀ ਹੈ ਰਾਮ ਕਸੌਟੀ, ਜੀ ਪਾਸ ਹੁੰਦੇ ਮਾਰ ਜੀ ਬੜੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਾਰ ਜੀ ਬੜੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵਣੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵਣੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵਣੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵਣੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਪਾਸ ਹੁੰਦੇ ਮਰ ਜੀਵਣੇ। ਜਦੋਂ ਲੱਗਦੀ ਹੈ ਰਾਮ ਕਸੌਟੀ, ਵਈ ਪਾਸ ਹੁੰਦੇ ਮਰ ਜੀਵਣੇ। ਸੱਚ ਜਾਣੋ ਭਾਵੇਂ ਪਹਿਲਾਂ ਭਾਵੇਂ ਅੱਜ, ਜਦੋਂ ਰਾਮ ਕਸਵੱਟੀ ਲੱਗਦੀ ਹੈ ਕੱਚੇ ਤਾਂ ਭੱਜ ਜਾਂਦੇ ਨੇ। ਕੌਣ ਖੜਦੇ ਨੇ? ਰੱਤੇ ਸੇਈ ਜੇ ਮੁੱਖ ਨਾ ਮੁੜਨ, ਜਿੰਨੀ ਸੰਝਾਤਾ ਸਾਈ ਝਾੜ ਝਾੜ ਪਵਦੇ ਕੱਚੇ ਬਿਰਹੀ, ਜਿੰਨਾ ਕਾਰ ਨਾ ਆਈ। ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਿੱਖੀ ਕੀ ਹੈ, ਗੁਰੂ ਦਾ ਪਿਆਰ ਕੀ ਹੈ, ਉਹ ਤਾਂ ਗੁਰੂ ਦਾ ਦਰ ਛੱਡਣ ਤੇ ਦੇਰ ਨਹੀਂ ਲਾਉਂਦੇ, ਉਹਦੀ ਛੱਡ ਜਾਂਦੇ ਨੇ। ਪਰ ਪੱਕੇ ਖੜਦੇ ਨੇ, ਅੱਜ ਵੀ ਖੜਦੇ ਨੇ ਜਿਹੜੇ ਪੱਕੇ ਨੇ, ਨਹੀਂ ਭੱਜਦੇ। ਜਿਹੜੇ ਗੁਰੂ ਕੇ ਪਿਆਰ ਵਾਲੇ ਨੇ ਉਹ ਕਹਿੰਦੇ ਕੁਛ ਹੋ ਜੇ ਗੁਰੂ ਦਾ ਦਰ ਨਹੀਂ ਛੱਡਦੇ। ਛੱਡਣਾ ਵੀ ਨਹੀਂ ਚਾਹੀਦਾ ਕਿਸੇ ਕੀਮਤ ਤੇ। ਇਹ ਤੋਂ ਵੱਡੀ ਕੋਈ ਪ੍ਰਾਪਤੀ ਉਹ ਨਹੀਂ ਹੈ ਦੁਨੀਆ ਤੇ। ਤਾਂ ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ,
राम कसौटी सो सह जो मर जीवा होए। जिहड़ा मर के जिउंदा होया राम की कसौटी वो सहंदा परमेश्वर की गुरु पीरां दी। ते भाई सिख नच्चण लग गया। ते वो कहंदा शंकावादी कहंदा तेरे कोल हैगा 500 टका। सिख का जवाब की सी वो सुनो हुण। सिख कहंदा जिन्हें सवाल किया है जवाब भी उसे कोले है। आखो सतनाम श्री वाहिगुरू। कहंदे तू नचदा कहंदा मैनू भरोसा है ना तेरा भरोसा है प्यारे मैं लाड़ लड़ाया मैनू भरोसा है मेरे गुरु ते मैं तो हाँ कहनी है। 7 वचन महाराज मेरे गुरु नू पता है भी ये 500 टका कर लूगा। सवेर होया जल पानी छकिया नितनेम होया बंदे शंकावादी वेखदा भी सारा दिन हल वाह के आया 3 वजे बाल्टी फिर खड़काती इशनान करके बह गया नितनेम च बंदगी च। ते फिर दिन चढ़दे नाल सारा नितनेम बंदगी करके गुर सतगुर का जो सिख अखाए सो भल के उठ हर नाम ध्यावै। ये जीवन है साडा। ये तो बगैर जीवन नहीं हैगा। ये सच्ची प्रीत है ये सच्ची लिव है। पर बहुत थोड़े घरां विच बहुत थोड़े शरीरां ने इस बचन नूं कमाया होया है। ते भाई उत्थे फिर जदों दिन चढ़िया ना इन्हां नूं ढोल वजाउण वाला ढोलकी जिहड़ा सी ना ढुलकैया आ गया। ढोल वजाउंदा है वो कहंदा भी सुनो सुनो सुनो। अज कहंदा अपने शहर दे विच दंगल हो रहे ने घोल घोल हो रहे ने जिस दे विच झंडी फड़ेगा मस्कीनिया पहलवान। जे उहदी कोई झंडी फड़दा है मस्कीनिए पहलवान नूं ढाउंदा है तां 1000 टका इनाम। जे वो ढह जाता है तो उन्होंने 500 टका इनाम। सिख फिर नच्चण लग गया। घर वाली कहती वो शंकावादी कहते फिर नच्चण लग गया। कहना मेरा मसला हल हो गया। कहते क्यों? कहना मैं अज घोल करूँगा मैं अज घुलूँगा मैं उत्थे जाऊँगा अज शहर। संखेप विच आवां ते सिख नूं बड़ा रोकदी है घर वाली। कहती वेखो एक पत्नी का सुहाग पति हुंदा है अगे मस्कीनिया पहलवान है वर्ल्ड का नंबर 1 पहलवान है वो झंडे कोई फड़ नहीं सकिया ते ना ही तू कदे घुले है। सिख कहंदा गल सुन भगवाने मैं गुरु का सिख हाँ आपां सारे गुरु के सिख हाँ। कहंदे हाँ गुरु ने आपां नूं कीता हुक्म 500 टका। मैनूं पता है भी मैं उन्होंने ढा तां सकदा नहीं ते मैं ढह जूँगा तां फिर मैनूं 500। कहंदे ढहण वास्ते पता जे उन्हें एक गोडा तेरियां पसलियां ते मारिया ना तैनूं साह नहीं मुड़ के आउणा। कहंदा जे गुरु के प्यार विच मर भी जावांगे फिर की फर्क लगता है। आखो सतनाम श्री वाहिगुरू। इहनूं सिੱਖੀ कहंदे ने। जे गुरु के प्यार विच गुरु का बचन कमाउंदे मर भी जावांगे फिर की हुंदा। वो सुन रहे शंकावादी सुन रहे कहंदा कमाल दा बंदा है मौत तो नहीं डरदा। कबीर जिस मरने ते जग डरै मेरा मन आनंद मरने ही ते पाई है पूर्ण परमानंद। ते चल पिया घरों जी। घरों चलिया ते इशनान पान करके तेल फलेल ला के भी अज घोल करना है। ते जदों तुरया जांदा शहर तो बाहर एक खूह आ गया। ते जदों खूह आया ना उत्थे जिहड़े पहलवान सी वो सारे अपना इशनान पान कर रहे सी ते तेल दियां मालिशां कर रहे सी। ये सिख भी उत्थे जाके खड़ गया। कुदरती इहदा मस्कीनीए पहलवान नाल जिहड़ा ना गलबात सांझी हो जाती है। मस्कीनिया पहलवान कहना भी तू की करन चले आ? कहना जी मैं भी दंगल लड़ूंगा मैं भी घोल करूँगा। कहते किहदे नाल? कहना मस्कीनिया पहलवान है कोई मैं देखिया तो है नहीं मैं जानदा नहीं उन्होंने ਉਹਦੇ ਕੋਲੇ ਝੰਡੀ ਆ मैं ਉਹਦੀ ਝੰਡੀ ਫੜੂੰਗਾ। ਮਸਕੀਨਿਆ ਉਹਦੇ ਨਾਲੋਂ 2 ਫੁੱਟ ਉੱਚਾ ਹੈ ਕਿੱਡਾ ਵੱਡਾ ਉਹਦਾ ਕੱਦ ਹੈ। ਸਿੱਖ ਤਾਂ ਉਹਦੇ ਕੋਲੇ ਇਉਂ ਲੱਗਦਾ ਵੀ ਬੱਚਾ ਖੜਾ ਇੱਕ ਛੋਟਾ ਜਿਹਾ। ਮਸਕੀਨੀਏ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਜਦੋਂ ਵੇਖਿਆ ਸਿੱਖ ਨੂੰ ਉਹਦੀਆਂ ਭਾਵਨਾਵਾਂ ਵੇਖ ਕੇ ਉਹਦੀਆਂ ਗੱਲਾਂ ਵੇਖ ਕੇ ਮਿੱਠੇ ਪਿਆਰੇ ਬਚਨ ਵੇਖ ਕੇ ਕਹਿੰਦਾ ਸਿੱਖਾ ਗੱਲ ਸੁਣ ਮਸਕੀਨੀਆ ਤਾਂ ਮੈਂ ਹੀ ਆ ਜਿਹਦੇ ਨਾਲ ਤੂੰ ਗੱਲ ਕਰ ਰਿਹਾ। ਮੈਂ ਮਸਕੀਨੀਆ ਹੀ ਤੇਰੇ ਨਾਲ ਗੱਲ ਕਰ ਰਿਹਾ ਤੇ ਮੈਨੂੰ ਇਹ ਦੱਸ ਵੀ ਤੂੰ ਮੌਤ ਨੂੰ ਆਵਾਜ਼ ਕਿਉਂ ਮਾਰਦਾ? ਮੈਨੂੰ ਪਤਾ ਹੈ भी तेरे तो घोल नहीं हुंदा तू मेरे बराबर कुछ भी है नहीं। मैं तेनू जे वगा के मारा 20 फुट ते सिट दूंगा ते तू मौत मुल क्यों खरीद रहा? सिख ने सारी गल दस दी। पहलवान जी मैं तो मेरे गुरु की खातर कुरबानी दिना। मेरे गुरु ने मैनू आ मेरे घरे तो कुछ है नहीं मैं घरों गरीब हाँ पर मैं तो गुरु का बचन कमाउणा है। मैं तो उहदे हुक्म दे विच कुश्ती लड़ूंगा। मैं तो गुरु की रजा विच जितदा तो मैं है नहीं। जे मैं मर भी जाऊँगा तो मैं गुरु के बचना तो नहीं झूठा पाऊँगा। मैं गुरु के प्यार वास्ते कुरबानी देन चलिया। मस्कीनिया कहना सिखा बलहार जावां एक शर्त ते कहना मैं तेनों इनाम दवा सकदा। मस्कीनिया कहन लग्या कहना जी दसो। देखो 2 वचन कहे सी शंकावादी नूं भी एक तो गरीब है जिहड़ा उस तरह भावें गरीब होवे
ਪਰ ਉਹ ਭਾਣੇ ਵਿੱਚ ਰਹਿੰਦਾ, ਹੁਕਮ ਤੋਂ ਬਾਹਰ ਨਹੀਂ ਜਾਂਦਾ। ਦੂਜਾ, ਜੇ ਉਹ ਵੱਡਾ ਬਣ ਜਾਵੇ ਤਾਂ ਉਹ ਹੰਕਾਰ ਨਹੀਂ ਕਰਦਾ, ਉਹ ਝੁਕ ਜਾਂਦਾ ਹੈ। ਮਸਕੀਨੀਆਂ ਕਹਿਣ ਲੱਗਾ ਇੱਕ ਸ਼ਰਤ ਤੇ ਮੈਂ ਤੇਰਾ ਕਾਰਜ ਸਿਰੇ ਲਾ ਸਕਦਾ, ਜੇ ਤੂੰ ਜਿੱਤਣ ਤੋਂ ਬਾਅਦ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾਵੇਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਤੈਨੂੰ ਵੱਡਾ ਨਾਮ ਦਵਾ ਦੂੰਗਾ। ਸਿੱਖ ਕਹਿਣ ਲੱਗਿਆ ਮਸਕੀਨੀਆਂ ਜੀ ਮੈਂ ਤੇਰੇ ਨਾਲ ਵਾਅਦਾ ਕਰਦਾ, ਕੁਸ਼ਤੀ ਤੋਂ ਬਾਅਦ ਆਪਾਂ ਸਿੱਧੇ ਅੰਮ੍ਰਿਤਸਰ ਸਾਹਿਬ ਚੱਲਾਂਗੇ। ਠੀਕ ਹੈ। ਚਲੇ ਗਏ ਜੀ, ਮੈਦਾਨ ਦੇ ਵਿੱਚ ਚਲੇ ਗਏ। ਮਸਕੀਨੀਏ ਨੇ ਗੇੜਾ ਦਿੱਤਾ, ਕਿਸੇ ਪਹਿਲਵਾਨ ਨੇ ਮਸਕੀਨੀਏ ਦੀ ਝੰਡੀ ਨਾ ਫੜੀ, ਤੇ ਜਦੋਂ ਨਾ ਫੜੀ ਦੂਜਾ ਗੇੜਾ ਲਾਇਆ, ਇਹ ਸਿੱਖ ਨੇ ਸਭਾ ਦੇ ਵਿੱਚੋਂ ਛਾਲ ਮਾਰ ਕੇ ਮੈਦਾਨ ਵਿੱਚ ਚਲਿਆ ਗਿਆ ਤੇ ਜਾ ਕੇ ਮਸਕੀਨੀਏ ਤੋਂ ਝੰਡੀ ਫੜ ਲਈ। ਜਦੋਂ ਝੰਡੀ ਫੜੀ, ਇਸ ਤਰ੍ਹਾਂ ਤੁਹਾਡੇ ਵਾਂਗੂ ਸੰਗਤ ਰੂਪ ਦੇ ਵਿੱਚ ਵੇਖਣ ਵਾਲੇ ਗਏ ਸੀ ਲੋਕ, ਉਹ ਮੂੰਹ ਦੇ ਵਿੱਚ ਉਂਗਲਾਂ ਲੈ ਕੇ ਟੁਕਦੇ ਨੇ, ਕਹਿੰਦੇ ਵੀ ਆਹ ਬੰਦੇ ਨੇ ਤਾਂ ਮੌਤ ਮੁੱਲ ਲੈ ਲਈ, ਇਹ ਤਾਂ ਹੁਣ ਖਤਮ ਹੀ ਹੈ। ਕਿੱਥੇ ਮਸਕੀਨੀਆਂ, ਕਿੱਥੇ ਇਹ ਸਿੱਖ ਸੁੱਕਿਆ ਜਿਹਾ ਸਰੀਰ ਹੈ, ਜਾਨ ਇਹਦੇ ਵਿੱਚ ਹੈ ਨਹੀਂ। ਆਪੋ ਧਾਪੀ ਗੱਲਾਂ ਮੂੰਹੋਂ ਮੂੰਹ ਹੀ ਚੱਲ ਪਈਆਂ। ਕੋਈ ਕਹਿੰਦਾ ਕੀ ਪਤਾ ਕਿਹੋ ਜਿਹਾ ਦਾ ਜਾਣਦਾ ਹੋਵੇ, ਦੇਖਣ ਨੂੰ ਲੱਗਦਾ ਕੀ ਪਤਾ ਹੈ, ਹੱਥ ਜੋੜੇ ਤੋਂ ਪਤਾ ਲੱਗੂ। ਤੇ ਸਾਧ ਸੰਗਤ ਘੋਲ ਸ਼ੁਰੂ ਹੋ ਗਿਆ। ਜਦੋਂ ਘੋਲ ਸ਼ੁਰੂ ਹੋਇਆ, ਮਸਕੀਨੀਏ ਨੇ ਪਹਿਲਾਂ ਸਿਖਾਇਆ ਸੀ ਵੀ ਮੈਂ 2-4 ਵਾਰ ਤਾਂ ਤੈਨੂੰ ਇੱਧਰ ਉੱਧਰ ਸੁੱਟੂਗਾ, ਉਹਦੇ ਤੋਂ ਬਾਅਦ ਤੂੰ ਲੱਤ 'ਚ ਲੱਤ ਅੜਾ ਦੀ, ਮੈਂ ਡਿੱਗ ਪੂੰਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਵੇਖੋ ਪਿਆਰ ਵਾਲਿਓ, ਇੱਕ ਵਰਲਡ ਦਾ ਨੰਬਰ 1 ਪਹਿਲਵਾਨ ਹੋਵੇ, ਦੁਨੀਆ ਉਹਨੂੰ ਵੇਖਣ ਆਈ ਹੋਵੇ, ਦੋਨੇ ਸਾਈਡਾਂ ਤੋਂ ਕੁਰਬਾਨੀ ਸੀ, ਸਿੱਖ ਦੀ ਵੀ ਕੁਰਬਾਨੀ ਤੇ ਮਸਕੀਨੀਆਂ ਵੀ ਆਪਣੀ ਤਾਕਤ ਦੀ ਕੁਰਬਾਨੀ ਦੇਣ ਲੱਗਿਆ। ਪਹਿਲਵਾਨ ਹਾਰ ਕੇ ਰਾਜੀ ਨਹੀਂ ਹੁੰਦਾ ਕਦੇ। ਕੋਈ ਵੀ ਗੇਮ ਆਪਾਂ ਖੇਡਦੇ ਹਾਂ ਤੇ ਉਹਦੇ 'ਚ ਬੰਦਾ ਜੀ ਜਾਨ ਸਾਰਾ ਲਾ ਦਿੰਦਾ, ਹਾਰਨਾ ਤਾਂ ਪਸੰਦ ਨਹੀਂ ਹੁੰਦਾ। ਤੇ ਜਦੋਂ ਘੋਲ ਸ਼ੁਰੂ ਹੋਇਆ ਤੇ ਉਸ ਵੇਲੇ ਮਸਕੀਨੀਏ ਪਹਿਲਵਾਨ ਨੇ ਸਿੱਖ ਨੂੰ 2-4 ਵਾਰ ਪਰੇ ਜਦੋਂ ਦੂਰ ਵਗਾਇਆ ਤਾਂ ਲੋਕ ਕਹਿਣ ਲੱਗੇ ਉਹ ਹਟ ਜਾ ਸਿੱਖਾ, ਹਟ ਜਾ, ਤੂੰ ਬਾਹਰ ਆ ਜਾ, ਤੈਨੂੰ ਖਤਮ ਕਰ ਦੂੰ ਮਸਕੀਨੀਆਂ। ਪਰ ਨਾ, 5-4 ਵਾਰ ਸਿੱਟਿਆ ਤੇ ਸਾਧ ਸੰਗਤ ਉੱਠ ਕੇ ਸਿੱਖ ਨੇ ਫਿਰ ਜਿਵੇਂ ਜੇ ਸਮਝਾਇਆ ਸੀ ਨਾ, ਲੱਤ ਵਿੱਚ ਲੱਤ ਅੜਾਈ। ਮਸਕੀਨੀਆਂ ਪਹਿਲਵਾਨ ਬੜਾ ਲੰਮਾ ਉੱਚਾ ਕੱਦ, ਬਹੁਤ ਵੱਡੀ ਬਾਡੀ, ਤਕੜਾ ਤਾਕਤ ਦਾ ਮਾਲਕ, ਤੇ ਜਦੋਂ ਲੱਤ 'ਚ ਲੱਤ ਅੜਾਈ, ਮਸਕੀਨੀਆਂ ਪਹਿਲਵਾਨ ਦਾ ਦੇ ਵਾਂਗੂ ਵੀ ਕਿਸੇ ਨੂੰ ਇਹ ਨਾ ਹੋਵੇ ਵੀ ਇਹ ਜਾਣ ਕੇ ਡਿੱਗੇ। ਜਦੋਂ ਡਿੱਗਿਆ ਤੇ ਭੱਜ ਕੇ ਜਾ ਕੇ ਸਿੱਖ ਛਾਤੀ ਤੇ ਬੈਠ ਗਿਆ। ਕਹਿੰਦੇ ਵੀ ਕਮਾਲ ਹੋ ਗਈ, ਕਮਾਲ ਹੋ ਗਈ, ਮਸਕੀਨੀਏ ਨੂੰ ਜਿੱਤ ਲਿਆ, ਮਸਕੀਨੀਏ ਨੂੰ ਜਿੱਤ ਲਿਆ। ਤੇ ਮਸਕੀਨੀਆਂ ਕਹਿੰਦਾ ਵੀ ਇਨਾਮ ਦਿਓ। ਪਹਿਲਵਾਨ ਕਹਿਣ ਲੱਗਿਆ ਇਨਾਮ ਦਿਓ ਸਿੱਖ ਨੂੰ। 1000 ਟਕਾ ਇਨਾਮ ਮਿਲਿਆ। ਸ਼ੰਕਾਵਾਦੀ ਕੋਲ ਖੜਾ ਵੇਖ ਰਿਹਾ, ਇੱਕ ਪਾਸੇ ਤਾਕਤ ਹੈ, ਤਾਕਤ ਝੁਕਣਾ ਸਿੱਖ ਗਈ ਗੁਰੂ ਦੇ ਪਿਆਰ ਵਿੱਚ, ਇੱਕ ਪਾਸੇ ਗਰੀਬੀ ਹੈ, ਹਿਰਦੇ ਦਾ ਅਮੀਰ ਹੈ, ਰਾਜਾ ਹੈ, ਮੌਤ ਦੀ ਪਰਵਾਹ ਨਹੀਂ ਕਰਦਾ, ਭਾਣੇ ਵਿੱਚ ਹੈ, ਹੁਕਮ ਵਿੱਚ ਹੈ, ਗੁਰੂ ਦਾ ਹੁਕਮ ਮੰਨਣਾ। ਲੈ ਕੇ 1000 ਟਕਾ ਮਸਕੀਨੀਏ ਪਹਿਲਵਾਨ ਦੇ ਨਾਲ ਪਰਿਵਾਰ ਸਮੇਤ, ਸ਼ੰਕਾਵਾਦੀ ਸਿੱਖ ਸਮੇਤ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਸੱਚੇ ਪਾਤਸ਼ਾਹ ਜਦੋਂ 1000 ਟਕਾ ਮੱਥਾ ਟੇਕਿਆ ਜਾ ਕੇ ਸਿੱਖ ਨੇ, ਮਹਾਰਾਜ ਆਪਣੀ ਸੇਵਾ ਤੁਸੀਂ ਆਪ ਲੈਣ ਵਾਲੇ ਹੋ, ਆ ਪ੍ਰੇਮ ਭੇਟ ਹੈ, ਮੇਰੇ ਕੋਲੇ ਕੁਛ ਨਹੀਂ ਹੈ। ਤੇ ਸਤਿਗੁਰੂ ਜੀ ਅੰਤਰਜਾਮੀ ਪਾਤਸ਼ਾਹ ਕਹਿਣ ਲੱਗੇ ਇਹ ਕੌਣ ਹੈ ਨਾਲ? ਮਹਾਰਾਜ ਇਹ ਮਸਕੀਨੀਆਂ ਪਹਿਲਵਾਨ ਹੈ, ਇਹ ਖੇਡਾਂ ਆਪ ਜੀ ਨੇ ਵਰਤਾਈਆਂ ਨੇ, ਪਰ ਮਸਕੀਨੀਆਂ ਪਹਿਲਵਾਨ ਸਭ ਦੇ ਸਾਹਮਣੇ ਮਹਾਰਾਜ ਆਪ ਜੀ ਦੇ ਪਿਆਰ ਵਿੱਚ ਡਿੱਗ ਪਿਆ। ਮੈਂ ਇਹਨੂੰ ਡਿੱਗਣ ਵਾਲਾ ਹੈ ਨਹੀਂ ਸੀ, ਪਰ ਇਹਨਾਂ ਨੇ ਆਪ ਜੀ ਦੇ ਪਿਆਰ ਨੂੰ ਸਮਝ ਕੇ, ਆਪ ਜੀ ਦੇ ਹੁਕਮ ਨੂੰ ਸਮਝ ਕੇ ਕੁਸ਼ਤੀ ਮੈਨੂੰ ਜਿਤਾਤੀ। ਸਤਿਗੁਰੂ ਜੀ ਤੁਹਾਡਾ ਕਾਰਜ ਸੀ, ਹੋ ਗਿਆ। ਮਹਾਰਾਜ ਜੀ ਨੇ ਉੱਠ ਕੇ ਮਸਕੀਨੀਏ ਪਹਿਲਵਾਨ ਨੂੰ ਬੁੱਕਲ ਵਿੱਚ ਲੈ ਲਿਆ। ਪਾਤਸ਼ਾਹ ਕਹਿੰਦੇ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀ ਆ, ਨਾਨਕ ਗਰਭ ਗਲੇ। ਹੁਣ ਕੌਣ ਵੱਡਾ ਹੈ? ਇੱਥੋਂ ਹਿਸਾਬ ਲਾਇਓ, ਕੌਣ ਵੱਡਾ? ਮਾਇਆ ਵਡਿਆਈ? ਮਹਾਰਾਜ ਜੀ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਈ। ਉਹ ਵੱਡਾ ਹੈ ਬਈ ਜਿਹਨੇ ਰਾਮ ਦੇ ਨਾਲ ਲਿਵ ਜੋੜੀ ਹੈ, ਉਹਨੂੰ ਜਿਉਣਾ ਵੀ ਆ ਗਿਆ, ਉਹ ਜਿਉਣਾ ਜਾਣਦਾ ਵੀ ਹੈ ਤੇ ਜਿਉਣਾ ਸਿਖਾ ਵੀ ਦਿੰਦਾ ਹੈ। ਸੋ ਸਾਧ ਸੰਗਤ ਉੱਥੇ ਮਹਾਰਾਜ ਕਹਿੰਦੇ ਸਿੱਖਾ ਤੂੰ ਨਿਹਾਲ, ਮਸਕੀਨੀਆਂ ਬਈ ਤੂੰ ਵੀ ਨਿਹਾਲ। ਉੱਥੋਂ ਫਿਰ ਮਸਕੀਨੀਏ ਪਹਿਲਵਾਨ ਨੂੰ ਮਹਾਰਾਜ ਨੇ ਨਿਹਾਲ ਕੀਤਾ ਤੇ ਸਾਨੂੰ ਬਖਸ਼ਿਸ਼ ਕੀਤੀ ਭਾਈ। ਤੇ ਕਹਿਣ ਲੱਗਾ, ਸ਼ੰਕਾਵਾਦੀ ਸਿੱਖ ਕਹਿਣ ਲੱਗਾ ਮਹਾਰਾਜ ਬਲਹਾਰ ਜਾਵਾਂ, ਮੈਂ ਸਭ ਕੁਝ ਅੱਖਾਂ ਨਾਲ ਵੇਖ ਲਿਆ, ਹੁਣ ਮੈਨੂੰ ਵੀ ਸਿੱਖ ਬਣਾ ਦਿਓ। ਤੇ ਸੱਚੇ ਪਾਤਸ਼ਾਹ ਮੈਨੂੰ ਇਹ ਦੱਸ ਦਿਓ ਵੀ ਇਹ ਸਿੱਖ ਨੇ ਐਡਾ ਖਤਰਾ ਮੁੱਲ ਕਿਉਂ ਲਿਆ? ਮਹਾਰਾਜ ਜੀ ਕਹਿੰਦੇ ਭਾਈ ਸਿੱਖ ਗੁਰੂ ਨੂੰ ਸਭਨਾ ਕਾ ਮਾਂ ਪਿਓ ਆਪ ਹੈ। ਸਿੱਖ ਗੁਰੂ ਨੂੰ ਆਪਣੀ ਮਾਂ ਤੇ ਆਪਣਾ ਪਿਓ ਸਮਝਦਾ ਹੈ। ਇਹਨਾਂ ਨੂੰ ਭਰੋਸਾ ਹੈ ਗੁਰੂ ਤੇ ਵੀ ਮੇਰਾ ਗੁਰੂ ਕਦੇ ਮੇਰੇ ਨਾਲ ਗਲਤ ਨਹੀਂ ਕਰਦਾ, ਹਮੇਸ਼ਾ ਚੰਗਾ ਸੋਚਦਾ, ਚੰਗਾ ਕਰਦਾ ਹੈ। ਸੋ ਆਓ ਪਿਆਰ ਵਾਲੇ, ਜਦੋਂ ਪਿਤਾ ਪਰਿਵਾਰ ਵਿੱਚੋਂ ਜਾਂਦਾ ਹੈ, ਆਪਣੇ ਹੁੰਦਿਆਂ ਆਪਾਂ ਪਿਓ ਬੈਠੇ ਆ,
ਜਦੋਂ ਕਿਤੇ ਕੋਈ ਦੁੱਖ ਸੁੱਖ ਆਉਂਦਾ ਹੈ, ਪਿਓ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਕਦੇ ਡੋਲਣ ਨਹੀਂ ਦਿੰਦਾ। ਇੱਕ ਗੱਲ ਕਹਿੰਦਾ, ਇਸੇ ਕਰਕੇ ਪਿਤਾ ਦਾ ਪਿਆਰ ਜੱਗ ਨਾਲ ਰਲਦਾ ਨਹੀਂ ਹੈ, ਕਿਸੇ ਨਾਲ ਰਲਦਾ ਨਹੀਂ ਹੈ। ਪੜੋ ਪ੍ਰੇਮ ਨਾਲ। ਅੱਜ ਉਹ ਪਿਆਰ ਦੰਦੀਵਾਲ ਵਿਹੜੇ ਦੇ ਵਿੱਚੋਂ, ਪਰਿਵਾਰ ਵਿੱਚੋਂ ਹਮੇਸ਼ਾ ਵਾਸਤੇ ਅਲੋਪ ਹੋ ਗਿਆ। ਤਿੰਨੇ ਭਰਾ, ਤਿੰਨੋਂ ਹੀ ਗੁਰਮਖੋ ਵਾਰੀ ਵਾਰੀ ਪਿੱਛੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਤੁਰ ਗਏ ਨੇ। ਭਾਈ ਸਾਧੂ ਸਿੰਘ ਹੋਰੀ ਤੇ ਭਾਈ ਜਗਮੇਲ ਸਿੰਘ, ਜਿਹਨੂੰ ਪਿਆਰ ਵਿੱਚ ਭੱਪਾ ਸਿੰਘ ਤੁਸੀਂ ਕਹਿੰਦੇ ਸੀ। ਛੋਟੀਆਂ ਉਮਰਾਂ ਵਿੱਚ, ਉਹਨਾਂ ਉਮਰਾਂ ਵਿੱਚ ਜਦੋਂ ਬੱਚਿਆਂ ਨੇ ਮਾਂ ਪਿਓ ਤੋਂ ਬਹੁਤ ਕੁਝ ਸਿੱਖਣਾ ਬਾਕੀ ਹੁੰਦਾ ਹੈ, ਅੱਜ ਮੇਜਰ ਸਿੰਘ ਹੋਰੀ ਆਪਣੇ ਬੱਚਿਆਂ ਨੂੰ ਅਲਵਿਦਾ ਕਹਿ ਗਏ। ਕੀ ਕਹਿੰਦੇ ਨੇ? ਪਿਤਾ ਦਾ ਪਿਆਰ ਨਾ ਜੀ ਕਿਸੇ ਨਾਲ ਰਲਦਾ, ਕਰੀ ਨਾ ਫਿਕਰ ਪੁੱਤ ਕਿਸੇ ਗੱਲ ਦਾ। ਪਿਤਾ ਦਾ ਪਿਆਰ ਨਾ ਕਿਸੇ ਨਾਲ ਰਲਦਾ, ਕਰੀ ਨਾ ਫਿਕਰ ਪੁੱਤ ਕਿਸੇ ਗੱਲ ਦਾ। ਪਿਤਾ ਦਾ ਪਿਆਰ ਨਹੀਂ ਕਿਸੇ ਨਾਲ ਰਲਦਾ, ਕਰੀ ਨਾ ਫਿਕਰ ਪੁੱਤ ਕਿਸੇ ਗੱਲ ਦਾ। ਪਿਤਾ ਦਾ ਪਿਆਰ ਨਹੀਂ ਕਿਸੇ ਨਾਲ ਰਲਦਾ, ਕਰੀ ਨਾ ਫਿਕਰ ਪੁੱਤ ਕਿਸੇ ਗੱਲ ਦਾ। ਪਿਤਾ ਦਾ ਪਿਆਰ ਨਹੀਂ ਕਿਸੇ ਨਾਲ ਰਲਦਾ, ਕਰੀ ਨਾ ਫਿਕਰ ਪੁੱਤ ਕਿਸੇ ਗੱਲ ਦਾ। ਪਿਤਾ ਦਾ ਪਿਆਰ ਨਹੀਂ ਕਿਸੇ ਨਾਲ ਰਲਦਾ, ਕਰੀ ਨਾ ਫਿਕਰ ਪੁੱਤ ਕਿਸੇ ਗੱਲ ਦਾ। ਪਿਤਾ ਦਾ ਪਿਆਰ ਨਹੀਂ ਕਿਸੇ ਨਾਲ ਰਲਦਾ, ਕਰੀ ਨਾ ਫਿਕਰ ਪੁੱਤ ਕਿਸੇ ਗੱਲ ਦਾ। ਰੰਗਲੇ ਸੱਜਣਾ ਬਾਝੋਂ ਸੁੰਨਾ ਲੱਗਦਾ ਏ, ਰੰਗਲੇ ਸੱਜਣਾ ਬਾਝੋਂ ਬੇੜਾ ਸੁੰਨਾ ਲੱਗਦਾ ਏ। 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 ਜੀ ਰੰਗਲੇ ਸੱਜਣਾ ਬਾਝੋਂ ਬੇੜਾ ਸੁੰਨਾ ਲੱਗਦਾ ਏ। 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 ਆਓ ਗੁਰਮਖੋ, ਇਹ ਰੰਗਲੇ ਸੱਜਣ ਜਦੋਂ ਵਿਹੜਿਆਂ ਦੇ ਵਿੱਚੋਂ ਜਾਂਦੇ ਨੇ ਤਾਂ ਵਿਹੜਿਆਂ ਦੀ ਰੌਣਕ ਬਹੁਤ ਸਮੇਂ ਵਾਸਤੇ ਫਿੱਕੀ ਪੈ ਜਾਂਦੀ ਹੈ। ਕਿਉਂਕਿ ਬਾਪੂ ਜਦੋਂ ਵਿਹੜੇ ਵਿੱਚ ਬੈਠਾ, ਬੇਬੇ ਜਦੋਂ ਬੈਠੀ ਹੈ, ਬਹੁਤ ਗੱਲਾਂ ਦਾ ਉਦੋਂ ਮਨ ਵਿੱਚ ਵੈਸੀ ਖਿਆਲ ਨਹੀਂ ਹੁੰਦਾ, ਬਾਪੂ ਬੈਠਾ, ਬੇਬੇ ਬੈਠੀ ਹੈ। ਪਰ ਜਦੋਂ ਇਹ ਜਾਂਦੇ ਨੇ ਬਹੁਤ ਕੁਝ ਸਵਾਲ ਖੜੇ ਹੋ ਜਾਂਦੇ ਨੇ। ਅੱਜ ਦੰਦੀਵਾਲ ਪਰਿਵਾਰ ਦੇ ਵਿੱਚੋਂ ਪਤਾ ਨਹੀਂ ਕਿੰਨੇ ਵਿਹੜਿਆਂ ਦੇ ਵਿੱਚੋਂ ਤੁਰੇ ਜਾਂਦੇ ਨੇ। ਸੋ ਕਿਸੇ ਦੇ ਹੱਥਾਂ ਵਿੱਚ ਕੋਈ ਤੁਰ ਜਾਂਦਾ, ਕਿਸੇ ਹੱਥਾਂ ਵਿੱਚ ਕੋਈ ਤੁਰ ਜਾਂਦਾ ਹੈ, ਤਾਂ ਬੜਾ ਦੁਖਦਾਈ ਹੁੰਦਾ ਹੈ। ਅੱਜ ਸਰਦਾਰ ਮੇਜਰ ਸਿੰਘ ਜੀ, ਜਿਨ੍ਹਾਂ ਦੀ ਉਮਰ ਅਜੇ 65 ਸਾਲ ਸੀ, ਬਹੁਤ ਥੋੜ੍ਹੀ ਉਮਰ ਸੀ, ਪਰ ਵਾਹਿਗੁਰੂ ਦੀਆਂ ਖੇਡਾਂ, ਉਹਦੇ ਭਾਣੇ ਅੱਗੇ ਕੋਈ ਜ਼ੋਰ ਨਹੀਂ ਹੈ, ਸੀਸ ਝੁਕਾਉਣਾ ਬਣਦਾ ਹੈ। ਅੱਜ ਉਹਨਾਂ ਦੇ ਘਰੋਂ ਬੀਬਾ ਗੁਰਦੀਪ ਕੌਰ, ਜੋ ਢੱਡੇ ਪਿੰਡ ਉਹਨਾਂ ਦਾ ਪੇਕਾ ਪਰਿਵਾਰ ਹੈ, ਉਹਨਾਂ ਵਾਸਤੇ ਜੀਵਨ ਸਾਥੀ ਦਾ ਤੁਰ ਜਾਣਾ ਬਹੁਤ ਵੱਡਾ ਵਿਛੋੜ ਹੈ। ਉਹਨਾਂ ਦੇ ਸਤਿਕਾਰਯੋਗ ਬੇਟੇ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਔਰ ਉਹਨਾਂ ਦੀ ਨੂੰਹ ਰਾਣੀ ਵੀਰਪਾਲ ਕੌਰ, ਬਾਜੇ ਵਾਲਾ ਪਿੰਡ ਉਹਦਾ ਹੈਗਾ ਬੇਟੀ ਦਾ, ਤਾਂ ਇਹਨਾਂ ਵਾਸਤੇ ਵੀ ਬਹੁਤ ਵੱਡਾ ਇੱਕ ਦੁੱਖ ਹੈ, ਬਹੁਤ ਵੱਡਾ ਘਾਟਾ ਹੈ। ਪਿਆਰੀ ਧੀ ਰਾਣੀ ਕੌਰ ਇੱਥੋਂ ਦਾ ਨਾਂ ਹੈ, ਅਤੇ ਮਨਪ੍ਰੀਤ ਕੌਰ ਸਹੁਰੇ ਪਰਿਵਾਰ ਦਾ ਨਾਂ ਹੈ। ਇਸ ਘਰ ਦੇ ਜਵਾਈ ਸਰਦਾਰ ਜਸਵੀਰ ਸਿੰਘ, ਮਾਣਕ ਖਾਨਾ ਉਹਨਾਂ ਦਾ ਪਿੰਡ ਹੈਗਾ। ਅਤੇ ਇੱਕ ਧੀ ਵਾਸਤੇ ਪਿਆਰੇ ਪਿਤਾ ਦਾ ਤੁਰ ਜਾਣਾ
क्योंकि जदों धी किते विहड़े विच आउंदी है पेके परिवार, तां प्यो जदों प्यार वाला हत्थ धी दे सिर ते रखदा है, धी नूं दोने लोकां दा सुख प्राप्त हुंदा है। ऐसे प्यारे पिता दा तुर जाना धी वास्ते बहुत वड्डी सੱਟ है। पोतरा सहज नूर, पोतरी गगनदीप कौर और उन्हां दे भरा अपने विच नहीं रहे, सरदार साधू सिंह जी, सरदार जगमेल सिंह, पप्पा सिंह ते साध संगत भतीजे उन्हां दे बहुत सियाणे बच्चे ने, बच्चे बहुत सियाणे ने। हरविंदर सिंह, जगसीर सिंह जग्गी ते गुरप्यार सिंह, इन्हां सारियां बच्चिआं नूं गुरचरण सिंह नूं अपने पिता दा, चाचे तायां दा बहुत वड्डा विछोड़ा वेखਣਾ पै गया। ते साध संगत आपां रल के अरदास करिए, पातशाह विछड़ी रूह नूं चरनां विच निवास बख्शਣਾ, पिछे सारे परिवार नूं, संबंधियां नूं, दोस्तां मित्रां नूं भाणा मनण दा बल बख्शिश करना, अगे तो प्यार भी सुख शांति परिवार भी सुख शांति वरताउणी, अपना मेहर भरिया हत्थ परिवार दे सिर ते रखना।